ਸਾਹਿਬ ਜੀ। ਤੂੰ ਚੋ ਸੱਜਣ ਮੰਡਿਆ ਦੇਈ ਸਿਸ ਉਤਾਰੋ, ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਸੁਖੋ ਟਲ ਗੁਰ ਸੇਵੀਐ ਐਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤਕ ਸੰਬੰਧੀ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। वेद पुराण शास्त्र अनंता गीत कवित ना गाओगो। अखंड मंडल निरंकार में अनहद बैन बजाओगो। बैरागी राम गाओगो। शब्द अतीत अनाहद राता आकुल के घर जाओगो। वेद पुराण शास्त्र अनंता गीत कवित ना गाओगो। वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਸਤ ਸੰਗਤ ਅੰਮ੍ਰਿਤ ਵੇਲੇ ਤੋਂ ਸਾਨੂੰ ਬਖਸ਼ਿਸ਼ ਕੀਤੀ ਹੈ। ਆਪ ਗੁਰਮੁਖ ਜਨ ਮਾਈ ਭਾਈ ਗੁਰੂ ਸੰਗਤ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਸ਼ਬਦ ਸਰਵਨ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਇਸ ਵੇਲੇ ਸਤਿਗੁਰੂ ਕਿਰਪਾ ਕਰਦਿਆਂ ਹੋਇਆਂ ਗੁਰਬਾਣੀ ਦੀ ਕਥਾ ਦੀ ਦਾਤ ਦੇ ਨਾਲ ਸਾਨੂੰ ਨਿਵਾਜ ਰਹੇ ਨੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। वेद पुराण शास्त्र अनंता। ਇਹ ਸ਼ਬਦ ਭਗਤ ਨਾਮਦੇਵ ਜੀ ਦਾ ਰਾਮਕਲੀ ਰਾਗ ਦੇ ਅੰਦਰ ਸਾਨੂੰ ਪ੍ਰਾਪਤ ਹੋ ਰਿਹਾ ਹੈ। ਮਹਾਰਾਜ ਸਾਹਿਬ ਜੀ 972 ਅੰਗ ਦੇ ਉੱਪਰ ਇਹ ਸ਼ਬਦ ਲਿਖਿਆ ਹੈ। ਭਗਤ ਨਾਮਦੇਵ ਜੀ ਦੇ 4 ਸ਼ਬਦ ਰਾਮਕਲੀ ਰਾਗ ਦੇ ਵਿੱਚ ਮਹਾਰਾਜ ਨੇ ਲਿਖੇ ਨੇ।
ਭਗਤ ਨਾਮਦੇਵ ਜੀ ਦੇ 61 ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ 18 ਰਾਗਾਂ ਦੇ ਵਿੱਚ। ਉਹਨਾਂ 61 ਸ਼ਬਦਾਂ ਵਿੱਚੋਂ 4 ਸ਼ਬਦ ਇੱਥੇ ਰਾਮਕਲੀ ਰਾਗ ਵਿੱਚ ਆਏ। ਇੱਕ ਸ਼ਬਦ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਹੈ। ਇਹ ਦੂਜਾ ਸ਼ਬਦ ਵੀ ਭਗਤ ਤਰਲੋਚਨ ਜੀ ਦੇ ਪ੍ਰਥਾਏ ਜਿਹੜਾ ਹੈ ਸੰਵਾਦ ਆਪਸ ਵਿੱਚ ਜੋ ਗੱਲਾਂ ਬਾਤਾਂ ਨਾਮਦੇਵ ਭਗਤ ਦੀਆਂ ਔਰ ਤਰਲੋਚਨ ਭਗਤ ਦੀਆਂ, ਉਸ ਦੇ ਪ੍ਰਥਾਏ ਦੂਜਾ ਸ਼ਬਦ ਜਿਹੜਾ ਹੈ ਬਖਸ਼ਿਸ਼ ਕਰਦੇ ਹਨ। ਵੇਦ ਪ੍ਰਾਨ ਸ਼ਾਸਤਰ ਅਨੰਤਾ। ਭਗਤ ਜੀ ਕਹਿਣ ਲੱਗੇ ਜਿਹੜੇ 4 ਵੇਦ ਹਨ, ਰਿਗ ਵੇਦ ਹੈ, ਜਜੁਰਵੇਦ ਹੈ, ਅਥਰਵਣ ਵੇਦ ਹੈ ਅਤੇ ਸਾਮ ਵੇਦ ਹੈ। ਇਹ 4 ਵੇਦਾਂ ਦੇ ਨਾਮ ਨੇ। 4 ਵੇਦ ਅਤੇ 18 ਪੁਰਾਣ ਹਿੰਦੂ ਧਾਰਮਿਕ ਗ੍ਰੰਥ ਜਿਹੜੇ ਨੇ ਉਹਨਾਂ ਦੀ ਗਿਣਤੀ 18 ਪੁਰਾਣ ਜਿਹੜੇ ਹਨ, ਜਿਹਦੇ ਵਿੱਚ ਦੇਵਤਿਆਂ ਦੀਆਂ ਸਾਖੀਆਂ ਵਗੈਰਾ ਲਿਖੀਆਂ ਹੋਈਆਂ। ਕਿਹੜੇ ਦੇਵਤੇ ਨੇ ਕੀ ਕੀਤਾ ਹੈ, ਇਹ ਧਾਰਮਿਕ ਸਥਾਨ ਕਿਵੇਂ ਬਣੇ, ਉਹਨਾਂ ਦਾ ਜ਼ਿਕਰ ਕੀਤਾ ਹੈ। ਅਤੇ 6 ਸ਼ਾਸਤਰ ਨੇ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਵੇਦਾਂ ਦਾ ਹੀ ਉਪਦੇਸ਼ ਸ਼ਾਸਤਰਾਂ ਵਿੱਚ ਥੋੜ੍ਹਾ ਖੋਲ੍ਹ ਕੇ ਦਿੱਤਾ ਵਿਆਕਰਨ ਦੇ ਸਹਿਤ। ਇਹ 6 ਸ਼ਾਸਤਰ ਹਨ, ਇਹ ਵੀ ਧਾਰਮਿਕ ਗ੍ਰੰਥ ਹਨ। ਅਤੇ ਅਨੰਤਾ ਤੋਂ ਭਾਵ ਹੁੰਦਾ ਗੁਰਮੁਖੋ ਹੋਰ ਵੀ ਜਿਹੜੇ ਬੇਅੰਤ ਗ੍ਰੰਥ ਨੇ ਗਿਆਨ ਦੇਣ ਵਾਲੇ, ਇਹ ਜਿਨ੍ਹਾਂ ਦਾ ਵੀ ਕਥਨ ਕੀਤਾ ਹੈ। ਗੀਤ ਕਬਿਤ ਨਾ ਗਾਵੋਗੋ। ਇਸੇ ਤਰ੍ਹਾਂ ਜਿਹੜੇ ਗੀਤ ਨੇ ਰਾਧਾ ਦੇ ਗੀਤ, ਹੋਰ ਜਿਹੜੇ ਗੀਤ ਹਨ ਪਰਮਾਤਮਾ ਦੀ ਸਿਫਤ ਵਿੱਚ ਜਾਂ ਅਵਤਾਰਾਂ ਦੀ ਸਿਫਤ ਵਿੱਚ ਲਿਖੇ ਗਏ, ਜਾਂ ਜਿਹੜੇ ਕਬਿਤ ਇਤਿਆਦਿਕ ਲਿਖੇ ਗਏ ਨੇ, ਭਗਤ ਨਾਮਦੇਵ ਜੀ ਕਹਿਣ ਲੱਗੇ ਨਾ ਗਾਵੋਗੋ, ਮੈਂ ਕਿਸੇ ਨੂੰ ਗਾਇਨ ਨਹੀਂ ਕਰਦਾ। ਨਾ ਮੈਂ ਵੇਦਾਂ ਦਾ ਗਾਇਨ ਕਰਾਂ, ਨਾ ਸ਼ਾਸਤਰਾਂ ਦਾ ਗਾਇਨ ਕਰਾਂ, ਨਾ ਪੁਰਾਣਾਂ ਦਾ ਗਾਇਨ ਕਰਾਂ। ਇਸ ਤੋਂ ਬਿਨਾਂ ਅਨੰਤ ਜਿਹੜੇ ਹੋਰ ਵੀ ਕਈ ਗ੍ਰੰਥ ਲਿਖੇ ਗਏ, ਵਿੱਚ ਗੀਤ ਲਿਖੇ ਗਏ, ਮੈਂ ਉਹਨਾਂ ਦਾ ਕਦੇ ਗਾਇਨ ਕਰਦਾ ਹੀ ਨਹੀਂ, ਕਦੇ ਕਹਿੰਦਾ ਹੀ ਨਹੀਂ ਉਹਨਾਂ। ਭਗਤ ਤਰਲੋਚਨ ਜੀ ਕਹਿਣ ਲੱਗੇ ਭਗਤ ਜੀ ਫਿਰ ਤੁਸੀਂ ਕੀ ਕਹਿੰਦੇ ਹੋ? ਜੇ ਇਹਨਾਂ ਗ੍ਰੰਥਾਂ ਦੇ ਉਚਾਰਨ ਕੀਤੇ ਹੋਏ ਮੰਤਰਾਂ ਨੂੰ ਨਹੀਂ ਜਪਣਾ ਤਾਂ ਫਿਰ ਤੁਹਾਡਾ ਕੀ ਵਿਚਾਰ ਹੈ? ਤੁਸੀਂ ਕਿਉਂ ਨਹੀਂ ਕਹਿੰਦੇ ਹੋ? ਤੇ ਫਿਰ ਉਸ ਵੇਲੇ ਭਗਤ ਨਾਮਦੇਵ ਜੀ ਫਰਮਾਉਂਦੇ ਹਨ ਅਖੰਡ ਮੰਡਲ ਨਿਰੰਕਾਰ ਮੈਂ। ਕਹਿਣ ਲੱਗੇ ਅਖੰਡ ਜਿਹੜਾ ਇੱਕ ਰਸ ਪਰਮਾਤਮਾ ਹੈ, ਪਰਮਾਤਮਾ ਸਾਰਿਆਂ ਥਾਵਾਂ 'ਤੇ ਬਰਾਬਰ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਪਰਮਾਤਮਾ ਦੀ ਜਿਹੜੀ ਜੋਤ ਹੈ ਨਾ ਉਹ ਸਾਰਿਆਂ ਵਿੱਚ ਬਰਾਬਰ ਔਰ ਹਰ ਵੇਲੇ ਬਰਾਬਰ ਰਹਿੰਦੀ ਹੈ। ਇਹ ਨਹੀਂ ਵੀ ਦਿਨ ਹੈ ਅਤੇ ਰੱਬ ਦੀ ਜੋਤ ਜ਼ਿਆਦੀ ਅਤੇ ਰਾਤ ਪੈ ਗਈ ਹੈ ਅਤੇ ਜੋਤ ਘਟ ਗਈ ਹੈ, ਉਹਦਾ ਪ੍ਰਕਾਸ਼ ਘਟ ਗਿਆ ਹੈ। ਨਹੀਂ, ਪਰਮਾਤਮਾ ਹਰ ਵੇਲੇ ਇੱਕੋ ਜਿਹਾ ਹੀ ਸਾਰਿਆਂ ਵਿੱਚ ਸਮਾਇਆ ਰਹਿੰਦਾ। ਇਸ ਕਰਕੇ ਉਸ ਨੂੰ ਆਖਿਆ ਹੈ ਅਖੰਡ, ਇੱਕ ਰਸ ਬਰਾਬਰ ਰਹਿਣਾ ਹਰ ਵੇਲੇ। ਅਤੇ ਕਹਿਣ ਲੱਗੇ ਮੰਡਲ ਤੋਂ ਭਾਵ ਹੈ ਭੇਦ ਭਾਵ ਰਹਿਤ ਹੋ ਜਾਣਾ, ਕਿਸੇ ਨਾਲ ਭੇਦ ਭਾਵ ਨਾ ਕਰਨਾ। ਸਾਡੇ ਵਿੱਚ ਭੇਦ ਭਾਵ ਦੀ ਬਿਰਤੀ ਹੈ। ਮੇਰਾ ਆਪਣਾ ਹੈ, ਇਹਦਾ ਮੈਂ ਕੰਮ ਸਵਾਰਨਾ ਹੈ, ਇਹ ਬੇਗਾਨਾ ਦੂਜਾ ਹੈ, ਇਹਦਾ ਮੈਂ ਕੰਮ ਵਿਗਾੜਨਾ ਹੈ। ਇਹ ਸਾਡੇ ਵਿੱਚ ਭੇਦ ਭਾਵ ਹੈ। ਨਾਮਦੇਵ ਜੀ ਕਹਿਣ ਲੱਗੇ ਮੰਡਲ ਤੋਂ ਭਾਵ ਹੈ ਭੇਦ ਭਾਵ ਰਹਿਤ ਹੋ ਜਾਣਾ। ਅਤੇ ਰਹਿਤ ਕਿਵੇਂ ਹੋਣਾ ਹੈ ਕਿ ਸਾਰਿਆਂ ਮੰਡਲਾਂ ਵਿੱਚ ਹੀ ਪਰਮਾਤਮਾ ਹੈ, ਸਾਰਿਆਂ ਥਾਵਾਂ 'ਤੇ ਉਹ ਪਰਮਾਤਮਾ ਹੈ। ਉਹ ਪਰਮਾਤਮਾ ਕਦੇ ਭਿੰਨ ਭੇਦ ਨਹੀਂ ਕਰਦਾ ਹੈ। ਜਿਵੇਂ ਗੁਰਮੁਖੋ ਹਵਾ ਚੱਲਦੀ ਹੈ ਨਾ, ਹਵਾ ਨੇ ਕਦੇ ਇਹ ਨਹੀਂ ਵੇਖਿਆ ਵੀ ਇੱਥੇ ਅਮੀਰ ਆਦਮੀ ਬੈਠਾ ਹੈ ਅਤੇ ਮੈਂ ਇਹਨੂੰ ਹੀ ਲੱਗਣਾ ਹੈ, ਇੱਥੇ ਗਰੀਬ ਆਦਮੀ ਬੈਠਾ ਮੈਂ ਇਹਨੂੰ ਨਹੀਂ ਲੱਗਣਾ ਹੈ। ਹਵਾ ਕਦੇ ਭੇਦ ਨਹੀਂ ਕਰਦੀ ਹੈ। ਹਵਾ ਦੇ ਸਾਹਮਣੇ ਜਿਹੜਾ ਵੀ ਆ ਗਿਆ, ਭਾਵੇਂ ਅਮੀਰ ਹੈ ਗਰੀਬ ਹੈ, ਉੱਚੀ ਕੁੱਲ ਵਾਲਾ ਅਤੇ ਭਾਵੇਂ ਨੀਵੀਂ ਕੁੱਲ ਵਾਲਾ ਹੈ, ਭਾਵੇਂ ਬੁੱਢਾ ਹੈ ਅਤੇ ਭਾਵੇਂ ਬੱਚਾ, ਹਵਾ ਸਾਰਿਆਂ ਨੂੰ ਬਰਾਬਰ ਲੱਗਦੀ ਹੈ। ਇਸੇ ਤਰ੍ਹਾਂ ਜੇ ਸੂਰਜ ਦੀ ਧੁੱਪ ਹੈ ਅਤੇ ਕਦੇ ਧੁੱਪ ਨੇ ਇਹ ਨਹੀਂ ਆਖਿਆ ਵੀ ਇੱਥੇ ਬੜਾ ਸੋਹਣਾ ਬੰਗਲਾ ਬਣਿਆ ਹੈ, ਬੜਾ ਮਹਿੰਗਾ ਮਕਾਨ ਬਣਿਆ, ਇੱਥੇ ਮੈਂ ਧੁੱਪ ਲੱਗਾਂਗੀ ਅਤੇ ਦੂਜੇ ਪਾਸੇ ਕੁੱਲੀ ਪਾ ਕੇ ਝੁੱਗੀ ਪਾ ਕੇ ਕੋਈ ਬੈਠਾ ਹੈ, ਮੈਂ ਉੱਥੇ ਨਹੀਂ ਲੱਗਾਂਗੀ। ਨਹੀਂ, ਧੁੱਪ ਵੀ ਭੇਦ ਨਹੀਂ ਕਰਦੀ ਹੈ। ਧੁੱਪ ਵੀ ਸਾਰਿਆਂ ਦੇ ਉੱਪਰ ਬਰਾਬਰ ਹੀ ਆਪਣਾ ਪ੍ਰਕਾਸ਼ ਦਿੰਦੀ ਹੈ, ਹਵਾ ਵੀ ਬਰਾਬਰ ਦਿੰਦੀ ਹੈ। ਨਾਮਦੇਵ ਜੀ ਕਹਿ ਰਹੇ ਨੇ, ਕਹਿੰਦੇ ਮੰਡਲ ਤੋਂ ਭਾਵ ਹੈ ਭੇਦ ਭਾਵ ਰਹਿਤ ਹੋ ਜਾਣਾ। ਜਿਵੇਂ ਹਵਾ ਅਤੇ ਧੁੱਪ ਕਿਸੇ ਨਾਲ ਭੇਦ ਭਾਵ ਨਹੀਂ ਕਰਦੀ ਹੈ, ਇਸ ਤਰ੍ਹਾਂ ਪਰਮਾਤਮਾ ਵੀ ਕਿਸੇ ਨਾਲ ਭੇਦ ਭਾਵ ਨਹੀਂ ਕਰਦਾ ਹੈ।
ਤੇ ਬਖਸ਼ਿਸ਼ ਕਰਦੇ ਕਹਿਣ ਲੱਗੇ ਨਿਰੰਕਾਰ, ਉਹ ਨਿਰੰਕਾਰ ਪ੍ਰਮਾਤਮਾ ਸਾਰਿਆਂ ਦੇ ਵਿੱਚ ਹੈ। ਕੋਈ ਇਹੋ ਜਿਹੀ ਜਗ੍ਹਾ ਨਹੀਂ ਹੈ ਵੀ ਜਿੱਥੇ ਉਹ ਨਹੀਂ ਹੈ। ਅਨਹਦ ਬੇਨ ਬਜਾਵੋਗੋ, ਅਨਹਦ ਤੋਂ ਭਾਵ ਹੁੰਦਾ ਗੁਰਮੁਖੋ ਹੱਦ ਤੋਂ ਰਹਿਤ, ਜੋ ਇੱਕ ਰਸ ਪ੍ਰਮਾਤਮਾ ਹੈ। ਬੇਨ ਕਹੀਏ ਬਿਰਤੀ, ਤੇ ਬਜਾਵੋਗੋ ਭਾਵ ਕੇ ਲਾਉਂਦਾ। ਨਾਮਦੇਵ ਜੀ ਕਹਿਣ ਲੱਗੇ ਜਿਹੜਾ ਪਰਮਾਤਮਾ ਮੈਂ ਉਹਦੇ ਵਿੱਚ ਆਪਣੀ ਬਿਰਤੀ ਲਾ ਕੇ ਬੈਠਾ, ਧਿਆਨ ਲਾ ਕੇ। ਨਾ ਮੈਂ ਵੇਦਾਂ ਦੀ ਗੱਲ ਕਰਾਂ, ਨਾ ਮੈਂ ਸ਼ਾਸਤਰਾਂ ਦੀ ਗੱਲ ਕਰਾਂ, ਨਾ ਪੁਰਾਣਾਂ ਦੀ ਗੱਲ ਕਰਾਂ, ਨਾ ਗੀਤਾਂ ਦੀ ਗੱਲ ਕਰਾਂ। ਕਹਿਣ ਲੱਗੇ ਭਾਈ ਉਹ ਪਰਮਾਤਮਾ ਜਿਹੜਾ ਭੇਦ ਭਾਵ ਤੋਂ ਰਹਿਤ ਹੈ, ਕਿਸੇ ਨਾਲ ਭੇਦ ਨਹੀਂ ਕਰਦਾ ਹੈ, ਸਾਰਿਆਂ ਨੂੰ ਬਰਾਬਰ ਰੱਖਦਾ ਹੈ, ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਮੇਰੀ ਬਿਰਤੀ ਤੇ ਉਸ ਪਰਮਾਤਮਾ ਵਿੱਚ ਲੱਗੀ ਹੋਈ ਹੈ, ਮੇਰਾ ਧਿਆਨ ਉਹਦੇ ਵਿੱਚ ਲੱਗਾ ਹੋਇਆ ਹੈ। ਮੈਂ ਇਹਨਾਂ ਧਾਰਮਿਕ ਗ੍ਰੰਥਾਂ ਨੂੰ, ਦੁਨਿਆਵੀ ਗ੍ਰੰਥਾਂ ਨੂੰ ਪੜ੍ਹਨ ਵਿੱਚ ਆਪਣਾ ਸਮਾਂ ਨਹੀਂ ਲਾਉਂਦਾ। ਇਹਨਾਂ ਗ੍ਰੰਥਾਂ ਵਿੱਚ ਜਿਹੜਾ ਉਪਦੇਸ਼ ਦਿੱਤਾ ਹੈ, ਮੈਂ ਉਹ ਕਮਾਈ ਕਰਨ ਵਾਸਤੇ ਪਰਮਾਤਮਾ ਦੇ ਵਿੱਚ ਆਪਣਾ ਧਿਆਨ ਲਾ ਕੇ ਬੈਠਾ ਹਾਂ। ਬੈਰਾਗੀ ਰਾਮੈ ਗਾਵੋਗੋ, ਬੈਰਾਗੀ ਬੈਰਾਗਵਾਨ ਹੋ ਕੇ ਸੰਸਾਰ ਵੱਲੋਂ ਵੈਰਾਗ ਲਾ ਲੈਣਾ। ਵੈਰਾਗ ਕਿਵੇਂ ਲੈਣਾ ਹੈ ਵੀ ਜਿੰਨੇ ਵੀ ਪਦਾਰਥ ਨੇ ਇਸ ਦੁਨੀਆ ਦੇ ਬ੍ਰਹਮ ਲੋਕ ਤੱਕ, ਸਾਰੇ ਪਦਾਰਥਾਂ ਨੂੰ ਕਾਂ ਦੀ ਵਿਸ਼ਟਾ ਦੇ ਸਮਾਨ ਸਮਝਣਾ ਅਤੇ ਕਿਸੇ ਵਿੱਚ ਮੋਹ ਨਾ ਕਰਨਾ। ਇਸ ਤਰ੍ਹਾਂ ਵੈਰਾਗਵਾਨ ਹੋ ਜਾਣਾ। 10ਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਲਿਖਿਆ, ਜੀਤ ਫਿਰੇ ਸਭ ਦੇਸ ਦਸਾਨ ਕੋ, ਬਾਜਤ ਢੋਲ ਮਰਦੰਗ ਨਗਾਰੇ, ਗੁੰਜਤ ਗੂੜ ਗਿਆਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵੇਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ, ਜਾਤ ਵਿਚਾਰੇ ਏਤੇ ਭੈ ਤੂੰ ਕਹਾਂ ਭੈ ਭੂਪਤ, ਅੰਤ ਕੋ ਨਾਂਗੇ ਪਾਏ ਪਧਾਰੇ। ਇਹ ਵੈਰਾਗ ਹੈ ਦੁਨੀਆ ਜਿੱਤਣ ਵਾਲੇ, ਦਿਸ਼ਾ ਜਿੱਤਣ ਵਾਲੇ, ਵੀ ਜਿੱਧਰ ਨੂੰ ਮੇਰੇ ਘੋੜੇ ਦਾ ਮੂੰਹ ਹੋ ਗਿਆ ਉਧਰਲੀ ਫਤਿਹ ਮੇਰੀ ਹੈ। ਐਸੇ ਐਸੇ ਰਾਜੇ ਵੀ ਦਿਗਪਾਲ ਹੋਏ, ਦਿਸ਼ਾਵਾਂ ਜਿੱਤਣ ਵਾਲੇ। ਮੈਂ ਹੁਣ ਚੜ੍ਹਦੇ ਦੀ ਦੱਖਣ ਦੀ ਦਿਸ਼ਾ ਜਿੱਤ ਕੇ ਆਵਾਂਗਾ, ਹੁਣ ਮੈਂ ਉੱਤਰ ਦੀ ਦਿਸ਼ਾ ਨੂੰ ਜਿੱਤਣਾ ਹੈ, ਮੈਂ ਇੰਨੇ ਦੇਸ਼ਾਂ ਨੂੰ ਕਮਾਉਣਾ ਹੈ। ਪਾਤਸ਼ਾਹ ਕਹਿਣ ਲੱਗੇ ਦੇਸ਼ ਕਮਾਵਨ ਧਨ ਜੋਰਨ ਕੀ ਮਨਸਾ, ਵਿੱਚੇ ਨਿਕਲੇ ਸਾਸ। ਇੰਨੇ ਦੇਸ਼ ਜਿੱਤ ਕੇ ਆਉਣੇ, ਇੰਨਾ ਧਨ ਕਮਾਉਣਾ, ਇਹ ਕੰਮ ਕਰਦਿਆਂ ਕਰਦਿਆਂ ਵਿੱਚੇ ਹੀ ਸਾਹ ਨਿਕਲ ਗਿਆ, ਮਰ ਗਿਆ। ਸਿਕੰਦਰ ਬਾਦਸ਼ਾਹ ਵੀ ਤੇ ਇਸੇ ਤਰ੍ਹਾਂ ਤੁਰਿਆ, ਯੂਨਾਨ ਤੋਂ ਤੁਰਿਆ, ਕਹਿਣ ਲੱਗਾ ਪੂਰੀ ਦੁਨੀਆ ਨੂੰ ਜਿੱਤ ਕੇ ਮੈਂ ਰਾਜ ਕਰਨਾ ਹੈ। ਕਈ ਦੇਸ਼ਾਂ ਨੂੰ ਜਿੱਤਦਾ ਹੋਇਆ ਜਦੋਂ ਕਾਫੀ ਦੇਸ਼ ਜਿੱਤ ਲੈ ਤੇ ਉਸ ਵੇਲੇ ਬਿਮਾਰ ਹੋ ਗਿਆ। ਆਪਣੇ ਨੌਕਰਾਂ ਨੂੰ ਕਹਿਣ ਲੱਗਾ ਮੈਨੂੰ ਲੈ ਚੱਲੋ ਵਾਪਸ ਮੇਰੇ ਦੇਸ਼ ਦੇ ਵਿੱਚ। ਸਮੁੰਦਰ ਦੇ ਰਸਤੇ ਬੇੜੇ ਦੇ ਵਿੱਚ ਲੰਮੇ ਪਿਆ ਹੋਇਆ ਜਾਂਦਾ ਪਿਆ, ਰਸਤੇ ਵਿੱਚ ਸਿਹਤ ਹੋਰ ਜ਼ਿਆਦਾ ਵਿਗੜ ਗਈ। ਪਤਾ ਲੱਗ ਗਿਆ ਹੁਣ ਮੈਂ ਬਚਣਾ ਨਹੀਂ, ਮਰ ਜਾਣਾ ਹੈ। ਆਪਣੇ ਸਿਪਾਹੀਆਂ ਨੂੰ, ਵਜ਼ੀਰਾਂ ਨੂੰ ਕਹਿਣ ਲੱਗਾ ਜਦੋਂ ਮੇਰੀ ਅਰਥੀ ਚੁੱਕ ਕੇ ਲੈ ਕੇ ਜਾਓਗੇ ਪੈਰ ਹੱਥ ਨੰਗੇ ਰੱਖਿਓ। ਡਾਕਟਰ ਤੇ ਹਕੀਮ ਜਿਹੜੇ ਮੇਰੀ ਚੁੱਕ ਕੇ ਇਹ ਜਿਹੜਾ ਮਰਿਆ ਸਰੀਰ, ਮ੍ਰਿਤਕ ਸਰੀਰ ਨੂੰ ਚੁੱਕ ਕੇ ਲੈ ਕੇ ਜਾਣ। ਪੁੱਛਿਆ ਕਾਰਨ ਕੀ ਹੈ? ਕਹਿਣ ਲੱਗਾ ਘਰੋਂ ਤੋਂ ਤੁਰਿਆ ਸੀ ਬਈ ਦੇਸ਼ ਜਿੱਤਣੇ ਨੇ, ਸਾਰੀ ਦੁਨੀਆ 'ਤੇ ਕਬਜ਼ਾ ਕਰਨਾ ਹੈ, ਬਹੁਤਾ ਧਨ ਇਕੱਠਾ ਕਰਨਾ, ਖਜ਼ਾਨੇ ਜੋੜ ਲੈਣੇ। ਇਹ ਵਿਚਾਰ ਤੇ ਮੇਰੇ ਮਨ ਦਾ ਸੀ, ਪਰ ਇਹ ਕੁਝ ਕਰਦਿਆਂ ਕਰਦਿਆਂ ਮੇਰੀ ਜ਼ਿੰਦਗੀ ਅੱਜ ਮੁੱਕ ਚੱਲੀ ਹੈ, ਵਿੱਚੇ ਹੀ ਸਾਹ ਨਿਕਲ ਗਿਆ। ਨਾ ਪੂਰੇ ਦੇਸ਼ ਜਿੱਤ ਸਕਿਆ, ਨਾ ਮੈਂ ਸਾਰੇ ਦੇਸ਼ ਦੀ ਮਾਇਆ ਇਕੱਠੀ ਕਰ ਸਕਿਆ। ਮਹਾਰਾਜ ਕਹਿਣ ਲੱਗੇ ਬਹੁਤ ਦੇਸ਼ ਕਮਾਵਨ ਧਨ ਜੋਰਨ ਕੀ ਮਨਸਾ, ਵਿੱਚੇ ਨਿਕਲੇ ਸਾਸ। ਸਾਰੇ ਦੇਸ਼ ਜਿੱਤਨੇ ਨੇ, ਖਜ਼ਾਨੇ ਇਕੱਠੇ ਕਰਨੇ, ਇਹ ਸੋਚਦਿਆਂ ਸੋਚਦਿਆਂ ਪਤਾ ਹੀ ਨਹੀਂ ਲੱਗਾ ਕਦੋਂ ਮੌਤ ਦਾ ਸਮਾਂ ਆ ਗਿਆ ਤੇ ਮਰ ਕੇ ਦੁਨੀਆ ਤੋਂ ਤੁਰ ਗਿਆ। ਸੋ ਇਹ ਮਹਾਰਾਜ ਨੇ ਬਚਨ ਲਿਖਿਆ ਵੀ ਜੀਤ ਫਿਰੇ ਸਭ ਦੇਸ ਦਸਾਨ ਕੋ। ਬੜੇ ਬੜੇ ਰਾਜੇ ਹੋਏ ਦੁਨੀਆ ਵਿੱਚ, ਸਿਕੰਦਰ ਵਰਗੇ, ਸਿਕੰਦਰ ਤੋਂ ਵੀ ਵੱਡੇ ਹੋਏ, ਜਿਨ੍ਹਾਂ ਦੀ ਮਨਸਾ ਇਹ ਸੀ ਵੀ ਸਾਰੀ ਦੁਨੀਆ ਜਿੱਤਣੀ ਹੈ। ਪਰ ਮਹਾਰਾਜ ਕਹਿਣ ਲੱਗੇ ਅੰਤ ਕੋ ਨਾਂਗੇ ਪਾਏ ਪਧਾਰੇ। ਅੰਤ ਵੇਲੇ ਸਭ ਕੁਝ ਛੱਡ ਕੇ ਦੁਨੀਆ ਤੋਂ ਖਾਲੀ ਹੱਥੀਂ ਤੁਰ ਗਏ। ਮਹਾਰਾਜ ਕਹਿਣ ਲੱਗੇ ਬੈਰਾਗੀ ਰਾਮੈ ਗਾਵੋਗੋ, ਜਿਹੜਾ ਬੈਰਾਗਵਾਨ ਹੋ ਜਾਣਾ ਸੰਸਾਰ ਵੱਲੋਂ, ਵੀ ਜੇ ਇੰਨੇ ਵੱਡੇ ਰਾਜੇ ਨਹੀਂ ਕੁਝ ਲੈ ਕੇ ਜਾ ਸਕੇ, ਪੂਰੀ ਦੁਨੀਆ ਨਹੀਂ ਜਿੱਤ ਸਕੇ, ਮੇਰੇ ਨਾਲ ਕੀ ਚਲੇ ਜਾਣਾ ਹੈ। ਇਸ ਤਰ੍ਹਾਂ ਜਾਣ ਕੇ ਮਨ ਵਿੱਚ ਵੈਰਾਗ ਹੋ ਜਾਣਾ। ਇਸ ਤਰ੍ਹਾਂ ਦਾ ਬੈਰਾਗੀ ਬਣ ਕੇ ਤੇ ਫਿਰ ਬੈਰਾਗ ਦਾ ਦੂਜਾ ਅਰਥ ਗੁਰਮੁਖਾਂ ਨੇ ਕੀਤਾ ਪ੍ਰੇਮ। ਐਸਾ ਪ੍ਰੇਮ ਮਨ ਵਿੱਚ ਲਿਆ ਕੇ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰੋ। ਪਹਿਲਾ ਬੈਰਾਗ ਇਹ ਹੈ ਵੀ ਦੁਨੀਆ ਤੋਂ ਜਾਣਾ ਕੁਝ ਨਹੀਂ ਹੈ, ਇਹ ਬਚਨ ਪੱਕਾ ਮਨ ਵਿੱਚ ਰੱਖ ਲੈਣਾ। ਦੂਜਾ ਵੈਰਾਗ ਤੋਂ ਭਾਵ ਹੈ ਪ੍ਰੇਮ ਹੋਣਾ।
ਪ੍ਰੇਮ ਮਨ ਵਿੱਚ ਰੱਖ ਕੇ ਪ੍ਰਮਾਤਮਾ ਦੇ ਨਾਮ ਨੂੰ ਜਪ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦੇ ਨਾਲ ਪ੍ਰਮਾਤਮਾ ਮਿਲ ਜਾਂਦਾ ਹੈ। ਨਾਮਦੇਵ ਜੀ ਕਹਿੰਦੇ ਬੈਰਾਗ ਹੀ ਰਾਮੈ ਗਾਵੈ ਗੋ। ਮੈਂ ਵੈਰਾਗਵਾਨ ਹੋ ਕੇ ਸੰਸਾਰ ਦੇ ਕਿਸੇ ਪਦਾਰਥ ਦੇ ਮੋਹ ਨੂੰ ਨਹੀਂ ਕਰਦਾ। ਸਾਰੀ ਦੁਨੀਆ ਦੇ ਪਦਾਰਥਾਂ ਦੇ ਮੋਹ ਨੂੰ ਛੱਡ ਕੇ ਰਾਮ ਪਰਮਾਤਮਾ ਦੇ ਨਾਮ ਨੂੰ ਉਹਦਾ ਪ੍ਰੇਮੀ ਬਣ ਕੇ ਮਨ ਵਿੱਚ ਪ੍ਰੇਮ ਰੱਖ ਕੇ ਉਹਦੇ ਨਾਮ ਨੂੰ ਗਾਉਂਦਾ ਹਾਂ। ਸ਼ਬਦ ਅਤੀਤ ਅਨਾਹਤ ਰਾਤਾ। ਸੋ ਅਤੀਤ ਤੋਂ ਭਾਵ ਜਿਹੜਾ ਪ੍ਰਮਾਤਮਾ ਤਿੰਨਾਂ ਗੁਣਾਂ ਤੋਂ ਰਹਿਤ ਹੈ। ਰਜਗੁਣ, ਤਮਗੁਣ, ਸਤਗੁਣ, ਇਹ ਤਿੰਨ ਗੁਣ ਨੇ। ਇਹਨਾਂ ਤਿੰਨਾਂ ਗੁਣਾਂ ਦੇ ਕਰਕੇ ਅੱਗੇ ਵੱਖਰਾ ਵੱਖਰਾ ਸੁਭਾਅ ਬਣ ਜਾਂਦਾ ਹੈ। ਸੋ ਕਹਿਣ ਲੱਗੇ ਭਾਈ ਮੈਂ ਇਹਨਾਂ ਤਿੰਨਾਂ ਗੁਣਾਂ ਤੋਂ ਰਹਿਤ ਹਾਂ ਅਤੇ ਪ੍ਰਮਾਤਮਾ ਵੀ ਤਿੰਨਾਂ ਗੁਣਾਂ ਤੋਂ ਰਹਿਤ ਹੈ। ਸੋ ਇਸ ਕਰਕੇ ਉਹਦੇ ਨਾਮ ਨੂੰ ਜਪਦਾ ਹਾਂ। ਗੁਰਮੁਖੋ ਜਿਹੜਾ ਰਜੋਗੁਣ ਹੈ ਨਾ, ਇਹਦੇ ਵਿੱਚ ਇਹ ਵਿਅਕਤੀ ਵਿੱਚ ਗੁਣ ਕਹਿ ਲਈਏ ਆ ਜਾਂਦੇ ਆਸਾ, ਅਭਿਲਾਸ਼ਾ, ਤ੍ਰਿਸ਼ਨਾ, ਗ੍ਰਸਤ ਵਿਚਾਰ, ਸੰਸ਼ੇ, ਡਰ, ਭਰਮ, ਚਿੰਤਾ, ਫਿਕਰ ਤੇ ਫੁਰਨੇ। ਇਹ ਰਜੋਗੁਣੀ ਜਿਹੜਾ ਵਿਅਕਤੀ ਹੈ ਨਾ, ਉਹਦੇ ਸੁਭਾਅ ਦੇ ਵਿੱਚ ਇਹ ਸਭ ਕੁਝ ਹੁੰਦਾ ਹੈ। ਰਜੋਗੁਣੀ ਸੁਭਾਅ ਜਿਹੜਾ ਹੈ ਉਹਦੇ ਵਿੱਚ ਆ ਜਾਂਦੀ ਆਸਾ, ਅੱਜ ਇਹ ਕੀਤਾ ਕੱਲ੍ਹ ਨੂੰ ਇਹ ਕਰਾਂਗਾ। ਜੇ ਸਾਡੇ ਵਿੱਚ ਵੀ ਹੈ ਤੇ ਅਸੀਂ ਰਜੋਗੁਣੀ ਹੀ ਹਾਂ। ਇਸੇ ਤਰ੍ਹਾਂ ਅਭਿਲਾਸ਼ਾ, ਇੱਛਾ ਰੱਖਣੀ ਅੱਗੇ ਹੋਰ, ਇਹ ਕਰਾਂ ਫਿਰ ਇਹ ਕਰ ਲਵਾਂ। ਪਾਤਸ਼ਾਹ ਕਹਿਣ ਲੱਗੇ ਤ੍ਰਿਸ਼ਨਾ, ਜੇ 5 ਕਮਾਏ ਤੇ ਹੁਣ 50 ਕਮਾ ਲਵਾਂ, ਇਹ ਤ੍ਰਿਸ਼ਨਾ ਹੈ। ਅਤੇ ਗ੍ਰਸਤ ਵਿਚਾਰ, ਮੈਂ ਗ੍ਰਸਤੀ ਬਣ ਜਾਵਾਂ, ਪਰਿਵਾਰ ਵਾਲਾ ਹੋ ਜਾਵਾਂ, ਇਹ ਵਿਚਾਰ ਮਨ ਵਿੱਚ ਆਈ ਜਾਣੇ। ਸੰਸ਼ੇ ਮਨ ਵਿੱਚ ਪੈਦਾ ਹੋ ਜਾਣੇ, ਪਤਾ ਨਹੀਂ ਆ ਕੰਮ ਬਣੇਗਾ ਕਿ ਨਹੀਂ ਬਣੇਗਾ। ਹਰ ਵੇਲੇ ਡਰਦੇ ਰਹਿਣਾ ਦੁਨੀਆ ਤੋਂ, ਲੋਕਾਂ ਤੋਂ, ਇਹ ਡਰ ਬਣਿਆ ਰਹਿਣਾ। ਅਤੇ ਇਸੇ ਤਰ੍ਹਾਂ ਅੱਗੇ ਹੈ ਭਰਮ ਬਣਿਆ ਰਹਿਣਾ, ਭਰਮ ਦੇ ਵਿੱਚ ਪੈ ਰਹਿਣਾ। ਅਤੇ ਮਹਾਰਾਜ ਕਹਿਣ ਲੱਗੇ ਫਿਰ ਚਿੰਤਾ ਹੋਣੀ, ਚਿੰਤਾ ਫਿਕਰ, ਹਰ ਵੇਲੇ ਕੱਲ੍ਹ ਦੇ ਉੱਪਰ ਆਪਣਾ ਧਿਆਨ ਰੱਖਣਾ। ਅਤੇ ਫੁਰਨੇ ਫੁਰਦੇ ਰਹਿਣੇ, ਸੁਪਨੇ ਹੀ ਆਉਂਦੇ ਰਹਿਣੇ ਵੀ ਆਹ ਕੰਮ ਬਣ ਜਾਵੇ ਤੇ ਠੀਕ ਹੈ। ਇਸ ਨੂੰ ਰਜੋਗੁਣੀ ਸੁਭਾਅ ਕਿਹਾ ਜਾਂਦਾ ਹੈ। ਅਤੇ ਵਿਦਵਾਨਾਂ ਨੇ ਇਸ ਨੂੰ ਅਗਨ ਸਾਗਰ ਲਿਖਿਆ ਹੈ। ਇਹ ਅਗਨ ਸਾਗਰ ਹੈ, ਰਜੋਗੁਣੀ ਜਿਹੜਾ ਸੁਭਾਅ ਹੈ। ਇਹਦੇ ਤੋਂ ਅੱਗੋਂ ਫਿਰ ਤਮੋਗੁਣੀ ਸੁਭਾਅ ਕੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਦੁਬਦਾ, ਈਰਖਾ, ਹਉਮੈ, ਵੈਰ ਵਿਰੋਧ, ਨਫ਼ਰਤ, ਲੜਾਈ ਝਗੜੇ ਅਤੇ ਲੋਕ ਲੱਜਾ। ਇਹ ਤਮੋਗੁਣੀ ਸੁਭਾਅ ਵਿੱਚ ਹੁੰਦਾ। ਜਿਹਦਾ ਤਮੋਗੁਣੀ ਸੁਭਾਅ ਹੈ ਨਾ, ਉਹਦੇ ਵਿੱਚ ਇਹ 5 ਵਿਕਾਰ ਹੋਣਗੇ। ਉਹਦੇ ਵਿੱਚ ਨਿੰਦਿਆ ਤੇ ਚੁਗਲੀ ਦਾ ਅਵਗੁਣ ਹੋਵੇਗਾ, ਉਹਦੇ ਵਿੱਚ ਈਰਖਾ ਤੇ ਹਉਮੈ ਵੀ ਹੋਵੇਗੀ, ਉਹਦੇ ਵਿੱਚ ਵੈਰ ਵਿਰੋਧ ਤੇ ਨਫ਼ਰਤ ਵੀ ਹੋਵੇਗੀ, ਅਤੇ ਉਹਦੇ ਵਿੱਚ ਲੜਾਈ ਝਗੜੇ ਤੇ ਲੋਕ ਲੱਜਾ। ਇਹ ਤਮੋਗੁਣੀ ਸੁਭਾਅ ਹੈ। ਇਸ ਨੂੰ ਵਿਦਵਾਨਾਂ ਨੇ ਲਿਖਿਆ ਬਿਖ ਸਾਗਰ। ਇਹ ਜ਼ਹਿਰ ਦਾ ਸਮੁੰਦਰ ਹੈ। ਪਹਿਲਾ ਸੀ ਅਗਨ ਸਮੁੰਦਰ, ਅੱਗ ਦਾ ਸਮੁੰਦਰ, ਤੇ ਦੂਜਾ ਹੈ ਇਹ ਜ਼ਹਿਰ ਦਾ ਸਮੁੰਦਰ ਹੈ। ਤੀਜੇ ਨੰਬਰ 'ਤੇ ਆ ਗਿਆ ਜੀ ਸਤੋਗੁਣ। ਸਤੋਗੁਣ ਦੇ ਵਿੱਚ ਸਾਰੇ ਚੰਗੇ ਚੰਗੇ ਗੁਣ ਨੇ, ਜਿਵੇਂ ਹੈ ਸਤ, ਜਤ ਤੇ ਸਤ। ਜਤ ਰੱਖਣਾ, ਏਕਾ ਨਾਰੀ ਜਤੀ ਹੋਏ ਰਹਿਣਾ। ਸੋ ਇਹ ਜਤ ਰੱਖਣਾ, ਸਤ ਰੱਖਣਾ। ਤੀਜੇ ਨੰਬਰ 'ਤੇ ਸੰਤੋਖ, ਚੌਥੇ ਨੰਬਰ 'ਤੇ ਦਇਆ, ਪੰਜਵੇਂ ਨੰਬਰ 'ਤੇ ਨਿਮਰਤਾ, ਛੇਵੇਂ ਨੰਬਰ 'ਤੇ ਸੋ ਕਹਿ ਲਈਏ ਸਹਿਣਸ਼ੀਲਤਾ। ਕਿਸੇ ਦੇ ਵੱਡੇ ਛੋਟੇ ਕੀਤੇ ਬਚਨ ਨੂੰ ਸਹਾਰ ਲੈਣਾ, ਸਹਾਰਨ ਦੀ ਬਿਰਤੀ ਹੋਣੀ। ਅਤੇ ਹੈ ਪਰਉਪਕਾਰ, ਫਿਰ ਹੈ ਧਰਮ, ਫਿਰ ਹੈ ਪੁੰਨ, ਫਿਰ ਹੈ ਦਾਨ, ਫਿਰ ਹੈ ਭਲਾ, ਅਤੇ ਫਿਰ ਹੈ ਖਿਮਾ। ਇਹ ਗੁਰਮੁਖੋ ਜਿਹੜੇ ਨੇ ਇਹ ਸਤੋਗੁਣੀ ਸੁਭਾਅ ਦੇ ਵਿੱਚ ਗੁਣ ਹੋਇਆ ਕਰਦੇ। ਇਸ ਨੂੰ ਕਿਹਾ ਜਾਂਦਾ ਹੈ ਸੁਖ ਸਾਗਰ। ਇਹ ਸੁੱਖਾਂ ਦਾ ਸਾਗਰ ਸਮੁੰਦਰ ਹੈ। ਇਹਨਾਂ ਤਿੰਨਾਂ ਨੂੰ ਇਕੱਠਾ ਕਰਕੇ ਜੋ ਬਣਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਭਵ ਸਾਗਰ। ਆਪਾਂ ਆਖਦੇ ਨੇ ਵੀ ਇਹ ਭਵ ਸਾਗਰ ਵਿੱਚ ਆਪਾਂ ਆਏ ਹਾਂ। ਇਹ ਜਿਹੜਾ ਭਵ ਸਾਗਰ ਸਮੁੰਦਰ ਬਣਿਆ ਹੈ, ਇਹ ਤਿੰਨਾਂ ਸਮੁੰਦਰਾਂ ਨੂੰ ਮਿਲਾ ਕੇ ਬਣਿਆ ਹੈ। ਇੱਕ ਹੈ ਅਗਨ ਸਾਗਰ, ਅੱਗ ਦਾ ਸਮੁੰਦਰ, ਦੂਜਾ ਹੈ ਬਿਖ ਸਾਗਰ, ਜ਼ਹਿਰ ਦਾ ਸਮੁੰਦਰ, ਤੇ ਤੀਜਾ ਹੈ ਸੁਖ ਸਾਗਰ, ਸੁੱਖਾਂ ਦਾ ਸਮੁੰਦਰ। ਇਹਨਾਂ ਤਿੰਨਾਂ ਨੂੰ ਇਕੱਠੇ ਕਰੀਏ ਫਿਰ ਬਣ ਜਾ ਭਵ ਸਾਗਰ, ਜਿਹਨੂੰ ਆਪਾਂ ਕਹਿੰਦੇ ਵੀ ਅਸੀਂ ਦੁਨੀਆ ਦੇ ਭਵ ਸਾਗਰ ਵਿੱਚ ਆਏ ਹਾਂ। ਉਹਦੇ ਵਿੱਚ ਇਹ ਸਾਰੇ ਗੁਣ ਤੇ ਔਗਣ ਜਿਹੜੇ ਇਹ ਦੱਸੇ ਵਿਦਵਾਨਾਂ ਨੇ। ਸੋ ਰਜੋਗੁਣ ਵਿੱਚ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾ, ਇਹ 3, ਤੇ ਗ੍ਰਸਤ ਵਿਚਾਰ 4, ਸੰਸ਼ੇ ਇਹ 5, ਡਰ 6, ਭਰਮ 7, ਚਿੰਤਾ ਤੇ ਫਿਕਰ 8, ਤੇ ਫੁਰਨੇ ਇਹ 9 ਔਗਣ ਹੋਇਆ ਕਰਦੇ ਰਜੋਗੁਣੀ ਲੋਕਾਂ ਦੇ ਵਿੱਚ। ਤਮੋਗੁਣ ਦੇ ਵਿੱਚ 5 ਵਿਕਾਰ ਨੇ, ਕਾਮ, ਕ੍ਰੋਧ ਵਗੈਰਾ, ਨਿੰਦਿਆ ਤੇ ਚੁਗਲੀ, ਦੁਬਦਾ, ਈਰਖਾ, ਹਉਮੈ, ਵੈਰ ਵਿਰੋਧ, ਨਫ਼ਰਤ, ਲੜਾਈ ਝਗੜੇ ਤੇ ਲੋਕ ਲੱਜਾ।
ਇਹ ਰਜੋਗੁਣੀ ਜਿਹੜੇ ਤਮੋਗੁਣੀ ਲੋਕ ਨੇ ਉਹਨਾਂ ਦੇ ਵਿੱਚ ਅਵਗੁਣ ਹੋਇਆ ਕਰਦੇ, ਅਤੇ ਸਤੋਗੁਣੀਆਂ ਵਿੱਚ ਜਤ ਸਤ ਦਇਆ ਧਰਮ ਪਰਉਪਕਾਰ ਖਿਮਾ ਸਹਿਣਸ਼ੀਲਤਾ ਪੁੰਨ ਦਾਨ ਭਲੇ ਦੇ ਕਰਮ ਇਹ ਸਤੋਗੁਣੀ ਸੁਭਾਅ ਹਨ। ਸੋ ਇਹ ਸਾਰਿਆਂ ਦੀ ਜੇ ਆਪਾਂ ਗਿਣਤੀ ਨੂੰ ਇਕੱਠਿਆਂ ਕਰ ਦਈਏ ਭਵ ਸਾਗਰ ਬਣ ਜਾਂਦਾ ਹੈ। ਮਹਾਰਾਜ ਬਚਨ ਕਰਦੇ ਪਏ, ਕਹਿਣ ਲੱਗੇ ਭਾਈ ਬਚਨ ਇਹ ਹੈ ਗੁਰਮੁਖੋ ਕਿ ਉਹ ਜੋ ਪਰਮਾਤਮਾ ਹੈ ਜਿਹਦੇ ਨਾਮ ਨੂੰ ਆਪਾਂ ਜਪਦੇ ਪਏ ਹਾਂ ਉਹ ਸ਼ਬਦ ਕਹੀਏ ਅਤੀਤ ਹੈ। ਅਤੀਤ ਤੋਂ ਭਾਵ ਹੈ ਗੁਰਮੁਖੋ ਵੀ ਉਹ ਤਿੰਨਾਂ ਗੁਣਾਂ ਤੋਂ ਰਹਿਤ ਹੈ ਪਰਮਾਤਮਾ। ਸ਼ਬਦ ਕਹੀਏ ਬ੍ਰਹਮ, ਬ੍ਰਹਮ ਦੇ ਵਿੱਚ ਇਹ ਤਿੰਨੇ ਗੁਣ ਹੀ ਹੈ ਨਹੀਂ, ਨਾ ਰਜੋ ਗੁਣ ਹੈ, ਨਾ ਸਤੋ ਗੁਣ ਹੈ, ਅਤੇ ਨਾ ਹੀ ਤਮੋ ਗੁਣ ਹੈ। ਉਹ ਪਰਮਾਤਮਾ ਤਿੰਨਾਂ ਗੁਣਾਂ ਤੋਂ ਰਹਿਤ ਹੈ। ਫਿਰ ਫਰਮਾਉਂਦੇ ਹਨ ਸ਼ਬਦ ਅਤੀਤ ਅਨਾਹਦ ਰਾਤਾ। ਅਤੀਤ ਤੋਂ ਭਾਵ ਹੈ ਸ਼ਬਦ ਸਪਰਸ ਰੂਪ ਰਸ ਗੰਧ, ਇਹ ਜਿਹੜੇ ਪੰਜ ਵਿਸ਼ੇ ਨੇ ਇਹਨਾਂ ਪੰਜਾਂ ਵਿਸ਼ਿਆਂ ਤੋਂ ਵੀ ਪਰਮਾਤਮਾ ਰਹਿਤ ਹੈ। ਦੁਨੀਆ ਦੇ ਲੋਕਾਂ ਨੂੰ ਪੰਜ ਵਿਸ਼ੇ ਨੇ। ਸ਼ਬਦ ਕਹੀਏ ਸੁਣਨ ਦਾ ਜਿਹੜਾ ਹੈ ਭੁੱਸ ਪੈ ਜਾਣਾ ਵੀ ਸੁਣਨਾ ਹੀ ਸੁਣਨਾ ਹੈ। ਇਹ ਸੁਣਨ ਦਾ ਜਿਹੜਾ ਔਗਣ ਹੈ ਹਿਰਨ ਵਿੱਚ ਆ ਗਿਆ, ਘੱਡੇ ਹੇੜੇ ਨੂੰ ਸ਼ਬਦ ਨੂੰ ਸੁਣਦਾ ਸੁਣਦਾ ਫੜਿਆ ਜਾਂਦਾ। ਸ਼ਬਦ ਸਪਰਸ਼, ਸਪਰਸ਼ ਤੋਂ ਭਾਵ ਹੈ ਚਮੜੀ ਸਪਰਸ਼ ਕਰਨੀ, ਇਹ ਅਵਗੁਣ ਹਾਥੀ ਦੇ ਵਿੱਚ, ਹਾਥੀ ਤਾਂ ਫੜਿਆ ਜਾਂਦਾ ਕਾਮ ਦਾ ਮਸਤ ਹੋਇਆ। ਅਤੇ ਇਸੇ ਤਰ੍ਹਾਂ ਰੂਪ, ਰੂਪ ਵੇਖਣਾ, ਇਹ ਜਿਹੜਾ ਬਲਬ ਦੇ ਦੁਆਰੇ ਦੁਆਰੇ ਪਤੰਗੇ ਜਿਹੜੇ ਦੌੜਦੇ ਉੱਡਦੇ ਪਏ, ਇਹ ਪਤੰਗਿਆਂ ਦੇ ਵਿੱਚ ਦੋਸ਼ ਹੈ ਵੇਖਣ ਦਾ। ਅਤੇ ਚੌਥੇ ਨੰਬਰ 'ਤੇ ਹੈ ਰਸ। ਰਸ ਕਹੀਏ ਕਿ ਜਿਹੜਾ ਸਵਾਦ ਹੈ ਜ਼ੁਬਾਨ ਦਾ ਸਵਾਦ, ਇਹ ਮੱਛੀ ਦੇ ਵਿੱਚ ਹੈ। ਮੱਛੀ ਜ਼ੁਬਾਨ ਦੇ ਸਵਾਦ ਕਰਕੇ ਰਸ ਵਿੱਚ ਫੜੀ ਜਾਂਦੀ ਹੈ। ਅਤੇ ਗੰਧ ਤੋਂ ਭਾਵ ਹੈ ਸੁਗੰਧੀ ਲੈਣੀ, ਇਹ ਭੌਰੇ ਵਿੱਚ ਗੁਣ ਹੈ। ਭੌਰਾ ਕਮਲ ਫੁੱਲ ਦੀ ਸੁਗੰਧੀ ਲੈਂਦਾ ਫੜਿਆ ਜਾਂਦਾ ਹੈ। ਇਹ ਪੰਜ ਔਗਣ ਹੀ ਮੰਨੇ ਨੇ, ਗੁਣ ਹੈ ਨਹੀਂ, ਇਹ ਪੰਜ ਔਗਣ ਹੀ ਨੇ। ਸ਼ਬਦ ਸਪਰਸ਼ ਰੂਪ ਰਸ ਅਤੇ ਗੰਧ, ਇਹ ਸਾਰੇ ਜੀਵ ਆਪਾਂ ਇਹਨਾਂ ਵਿੱਚ ਹੀ ਹਾਂ। ਕਿਸੇ ਆਪਾਂ ਨੂੰ ਸੁਣਨ ਦੀ ਆਪਾਂ ਨੂੰ ਆਸ ਰਹਿੰਦੀ ਹੈ ਵੀ ਸੁਣੀਏ ਕਿਤੇ ਉਹ ਨਿੰਦਿਆ ਚੁਗਲੀਏ, ਸਾਡੇ ਵਿੱਚ ਔਗਣ ਹੈ। ਸਾਡੇ ਵਿੱਚ ਵੀ ਸਪਰਸ਼ਤਾ ਦਾ ਔਗਣ ਹੈ, ਵਕਾਰ ਨੂੰ ਭੋਗਣ ਵਾਸਤੇ ਸਪਰਸ਼ ਕਰਦੇ। ਸਾਨੂੰ ਵੀ ਜ਼ੁਬਾਨ ਦਾ ਸਵਾਦ ਹੈ, ਸਾਨੂੰ ਵੀ ਇਸੇ ਤਰ੍ਹਾਂ ਨੱਕ ਦਾ ਸਵਾਦ ਹੈ। ਇਹ ਸਾਰੇ ਔਗਣ ਸਾਡੇ ਵਿੱਚ ਵੀ ਨੇ, ਪਰ ਉਹ ਪਰਮਾਤਮਾ ਜਿਹੜਾ ਹੈ ਉਹ ਇਹਨਾਂ ਪੰਜਾਂ ਅਵਗੁਣਾਂ ਤੋਂ ਰਹਿਤ ਹੈ। ਇਸ ਕਰਕੇ ਉਹਨੂੰ ਆਖਿਆ ਅਤੀਤ, ਜਿਹੜਾ ਇਹਨਾਂ ਅਵਗੁਣਾਂ ਵਿੱਚ ਨਹੀਂ ਆਉਂਦਾ ਹੈ। ਸ਼ਬਦ ਕਹੀਏ ਅਕਾਲ ਪੁਰਖ ਅਨਾਹਦ ਰਾਤਾ, ਇੱਕ ਰਸ ਉਸ ਦੇ ਵਿੱਚ ਰਾਤਾ ਕਹੀਏ ਤਦਾਕਾਰ ਜੋ ਹੋ ਜਾਣਾ ਹੈ। ਆਕੁਲ ਕੇ ਘਰ ਜਾਓਗੋ। ਆਕੁਲ ਤੋਂ ਭਾਵ ਜਿਹੜਾ ਕੁਲਾਂ ਤੋਂ ਰਹਿਤ ਪਰਮਾਤਮਾ ਹੈ, ਉਹਦੇ ਸਰੂਪ ਰੂਪੀ ਘਰ ਦੇ ਵਿੱਚ ਮੈਂ ਜਾਵਾਂਗਾ। ਨਾਮਦੇਵ ਜੀ ਕਹਿੰਦੇ ਪਏ ਅਸੀਂ ਸ਼ਬਦ ਸਪਰਸ ਰੂਪ ਰਸ ਗੰਧ ਤੋਂ ਰਹਿਤ ਜੋ ਪਰਮਾਤਮਾ ਹੈ ਉਹਦੇ ਵਿੱਚ ਲੀਨ ਹੋ ਗਏ ਹਾਂ ਭਾਈ ਪਿਆਰਿਓ ਨਾਮ ਜਪ ਕੇ। ਹੁਣ ਉਹਦੇ ਸਰੂਪ ਰੂਪੀ ਘਰ ਦੇ ਵਿੱਚ ਅਸੀਂ ਸਮਾ ਜਾਣਾ ਹੈ। ਰਹਾਉ ਇੜਾ ਪਿੰਗਲਾ ਔਰ ਸੁਖਮਨਾ। ਗੁਰਮੁਖੋ ਇੜਾ ਤੋਂ ਭਾਵ ਹੈ ਜਿਹੜੀ ਸਾਡੀ ਨੱਕ ਦੀਆਂ ਜਿਹੜੀਆਂ ਦੋ ਵੱਖਰੀਆਂ ਵੱਖਰੀਆਂ ਇਹ ਨੱਕ ਦੀਆਂ ਮੋਰੀਆਂ ਹਨ। ਸੋ ਕਹਿਣ ਲੱਗੇ ਇਹਦੇ ਵਿੱਚੋਂ ਇੜਾ ਜਿਹੜੀ ਸੱਜੀ ਸੁਰ ਹੈ, ਸੱਜੇ ਪਾਸੇ ਦੀ ਜਿਹੜੀ ਨੱਕ ਦੀ ਮੋਰੀ ਹੈ ਨਾ, ਇਹਦੇ ਵਿੱਚੋਂ ਦੀ ਜਿਹੜੇ ਜੋਗੀ ਲੋਕ ਨੇ ਉਹ ਆਪਣੇ ਪ੍ਰਾਣ ਚੜਾਉਂਦੇ ਨੇ 10ਵੇਂ ਦੁਆਰ। ਇਹ ਪ੍ਰਾਣ ਚੜਾਉਣ ਦਾ ਰਸਤਾ ਹੈ। ਸੱਜੀ ਨਾਸਿਕਾ, ਨੱਕ ਦੀ ਸੱਜੇ ਪਾਸੇ ਵਾਲੀ ਜਿਹੜੀ ਮੋਰੀ ਹੈ, ਇਹ 10ਵੇਂ ਦੁਆਰ ਦੇ ਵਿੱਚ ਪ੍ਰਾਣ ਚੜਾਉਂਦੀ ਹੈ। ਇਸ ਨੂੰ ਇੜਾ ਲਿਖਿਆ ਹੈ। ਅਤੇ ਪਿੰਗਲਾ ਤੋਂ ਭਾਵ ਹੈ ਗੁਰਮੁਖੋ ਜਿਹੜੀ ਸਾਡੇ ਨੱਕ ਦੀ ਖੱਬੀ ਮੋਰੀ ਹੈ, ਇਹਦੇ ਵਿੱਚੋਂ ਸਵਾਸ 10ਵੇਂ ਦੁਆਰ ਤੋਂ ਥੱਲੇ ਉਤਾਰਨੇ, ਇਹਨੂੰ ਪਿੰਗਲਾ ਲਿਖਿਆ ਹੈ। ਅਤੇ ਸੁਖਮਨਾ ਤੋਂ ਭਾਵ ਹੁੰਦਾ ਗੁਰਮੁਖੋ ਕਿ 10ਵੇਂ ਦੁਆਰ ਦੇ ਵਿੱਚ ਜਿਹੜੇ ਆਪਣੇ ਪ੍ਰਾਣਾਂ ਨੂੰ ਟਿਕਾ ਕੇ ਰੱਖਣਾ, ਇਹਨੂੰ ਸੁਖਮਨਾ ਕਹਿੰਦੇ। ਸੋ ਬਖਸ਼ਿਸ਼ ਕਰਦੇ ਹਨ। ਕੌਨੈ ਬੰਦ ਰਹਾਓਗੋ। ਕਹਿਣ ਲੱਗੇ ਪ੍ਰਾਣਾਂ ਦਾ ਬੰਦ ਜਿਹੜਾ ਬੰਧੇਜ ਕਾਬੂ ਕਰਨਾ ਇਤਿਆਦਿ ਕਿਰਿਆ ਤੋਂ ਮੈਂ ਰਹਿਤ ਹਾਂ। ਨਾਮਦੇਵ ਜੀ ਕਹਿਣ ਲੱਗੇ ਮੈਂ ਜੋਗੀਆਂ ਵਾਂਗੂ ਨਾ ਸਵਾਸ 10ਵੇਂ ਦੁਆਰ ਦੇ ਵਿੱਚ ਚੜਾਵਾਂ, ਨਾ ਉਤਾਰਾਂ, ਨਾ ਉੱਥੇ ਟਿਕਾਵਾਂ। ਮੈਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਹਾਂ, ਇਹਨਾਂ ਬੰਧਨਾਂ ਵਿੱਚ ਨਹੀਂ ਪੈਂਦਾ ਹਾਂ। ਪੌਣੇ ਬੰਦ ਰਹਾਵੋਗੋ, ਇਹਨਾਂ ਪਾਉਣ ਦੇ ਬੰਧਨ ਤੋਂ ਮੈਂ ਰਹਿਤ ਹਾਂ, ਮੈਂ ਇਹਦੇ ਵਿੱਚ ਪਿਆ ਨਹੀਂ ਹਾਂ, ਨਾ ਮੈਂ ਇਹੋ ਜਿਹਾ ਕਰਮ ਕਰਦਾ ਹਾਂ। ਚੰਦ ਸੂਰਜ ਦੋਏ ਸਮ ਕਰ ਰੱਖੋ। ਦੋ ਜਿਹੜੇ ਚੰਦਰਮਾ ਤੇ ਸੂਰਜ ਨੇ ਇਹਨਾਂ ਨੂੰ ਬਰਾਬਰ ਹੀ ਮੈਂ ਸਮਝਦਾ। ਚੰਦਰਮਾ ਤੇ ਸੂਰਜ ਇਹਨਾਂ ਦੀ ਪੂਜਾ ਵਿੱਚ ਨਹੀਂ ਪੈਂਦਾ ਹਾਂ। ਦੋਨੇ ਹੀ ਪਰਮਾਤਮਾ ਦੇ ਹੁਕਮ ਦੇ ਵਿੱਚ ਪ੍ਰਕਾਸ਼ ਕਰਨ ਵਾਲੇ, ਇਹਨਾਂ ਦੇ ਬੰਧਨ ਦੇ ਵਿੱਚ ਨਹੀਂ ਪੈਂਦਾ ਹਾਂ।
ਫਿਰ ਫਰਮਾਉਂਦੇ ਹਨ, ਚੰਦ ਸੂਰਜ ਦੋਏ ਸਮ ਕਰ ਰੱਖੋ। ਨਾ ਮੈਂ ਚੰਦਰਮਾ ਦਾ ਵਰਤ ਰੱਖਾਂ ਨਾ ਮੈਂ ਸੂਰਜ ਦਾ ਵਰਤ ਰੱਖਾਂ, ਮੈਂ ਦੋਨਾਂ ਦਾ ਹੀ ਵਰਤ ਨਹੀਂ ਰੱਖਦਾ। ਨਾਮਦੇਵ ਜੀ ਕਹਿੰਦੇ ਨਾ ਮੈਂ ਚੰਦਰਮਾ ਦੀ ਪੂਜਾ ਕਰਾਂ ਨਾ ਸੂਰਜ ਦੀ ਪੂਜਾ ਕਰਾਂ, ਨਾ ਚੰਦਰਮਾ ਦਾ ਵਰਤ ਰੱਖਾਂ ਨਾ ਮੈਂ ਸੂਰਜ ਦਾ ਵਰਤ ਰੱਖਦਾ, ਮੈਂ ਬਰਾਬਰ ਜਾਣਦਾ ਹਾਂ। ਫਿਰ ਫਰਮਾਉਂਦੇ ਹਨ, ਚੰਦ ਸੂਰਜ ਦੋਏ ਸਮ ਕਰ ਰੱਖੋ। ਚੰਦ ਤੋਂ ਭਾਵ ਹੈ ਖੁਸ਼ੀ ਤੇ ਸੂਰਜ ਤੋਂ ਭਾਵ ਹੈ ਗੁਰਮੁਖੋ ਸ਼ੋਕ। ਜੇ ਖੁਸ਼ੀ ਆ ਗਈ ਤੇ ਤਾਂ ਵੀ ਪ੍ਰਮਾਤਮਾ ਨੂੰ ਜਪਦਾ ਪਿਆ, ਜੇ ਸ਼ੋਕ ਚਿੰਤਾ ਆ ਗਈ ਤੇ ਤਾਂ ਵੀ ਪ੍ਰਮਾਤਮਾ ਨੂੰ ਜਪਦਾ ਪਿਆ। ਮੈਂ ਖੁਸ਼ੀ ਅਤੇ ਗਮੀ ਦੇ ਵਿੱਚ ਉਹਦੇ ਨਾਮ ਨੂੰ ਭੁਲਾਉਂਦਾ ਨਹੀਂ ਹਾਂ, ਉਸੇ ਦੇ ਨਾਮ ਨੂੰ ਜਪਦਾ ਹਾਂ। ਫਿਰ ਫਰਮਾਉਂਦੇ ਹਨ, ਚੰਦ ਸੂਰਜ ਦੋਏ ਸਮ ਕਰ ਰੱਖੋ। ਚੰਦ ਤੋਂ ਭਾਵ ਹੈ ਗੁਰਮੁਖੋ ਰਾਗ, ਰਾਗ ਕਹਿੰਦੇ ਮੋਹ ਨੂੰ, ਤੇ ਸੂਰਜ ਤੋਂ ਭਾਵ ਹੈ ਦਵੈਸ਼, ਦਵੈਸ਼ ਕਹਿੰਦੇ ਈਰਖਾ। ਨਾਮਦੇਵ ਜੀ ਕਹਿੰਦੇ ਮੈਂ ਮੋਹ ਤੇ ਈਰਖਾ ਤੋਂ ਪਰੇ ਹੋ ਗਿਆ, ਨਾ ਮੈਂ ਮੋਹ ਦੇ ਵਿੱਚ ਪਵਾਂ ਕਿ ਆ ਪੁੱਤਰ ਮੇਰਾ ਤੇ ਰੱਬਾ ਇਹਨੂੰ ਹੀ ਸਭ ਕੁਝ ਦੇ ਦੇ, ਨਾ ਮੈਂ ਈਰਖਾ ਵਿੱਚ ਪਵਾਂ ਵੀ ਇਹ ਮੇਰਾ ਦੁਸ਼ਮਣ ਹੈ ਤੇ ਇਹਨੂੰ ਖਤਮ ਕਰ ਦੇ, ਨਹੀਂ ਈਰਖਾ ਵਿੱਚ ਵੀ ਨਹੀਂ ਪੈਂਦਾ। ਇੱਕ ਵਾਰੀ ਨਾ ਇੱਕ ਰਾਜੇ ਨੇ ਨਾਮਦੇਵ ਨੂੰ ਆਖਿਆ ਵੀ ਮਰੀ ਹੋਈ ਗਊ ਜਿਉਂਦੀ ਕਰ, ਕਿਉਂਕਿ ਤੂੰ ਰੱਬ ਦਾ ਭਗਤ ਹੈ, ਤੇਰੇ ਕੋਲ ਸ਼ਕਤੀ ਹੈ, ਜੇ ਤੂੰ ਇਹ ਗਊ ਜਿਉਂਦੀ ਨਹੀਂ ਕਰੇਗਾ ਤੇ ਮੈਂ ਤੈਨੂੰ ਮਾਰ ਦੇਵਾਂਗਾ। ਜਦੋਂ ਨਾਮਦੇਵ ਜੀ ਦੇ ਨਾਲ ਇਹੋ ਜਿਹਾ ਭਾਣਾ ਵਰਤਾਉਣ ਲੱਗੇ, ਉਸ ਵੇਲੇ ਪ੍ਰਮਾਤਮਾ ਨੂੰ ਆਪ ਆਉਣਾ ਪਿਆ। ਗਰੜ ਚੜੇ ਗੋਬਿੰਦ ਆਇਲਾ ਬਚਨ ਲਿਖਿਆ ਉਹਨਾਂ ਨੇ। ਜਦੋਂ ਭਗਵਾਨ ਜੀ ਆਏ ਨਾ ਨਾਮਦੇਵ ਜੀ ਦੇ ਕੋਲ, ਕਹਿਣ ਲੱਗੇ ਨਾਮਦੇਵ ਦੱਸ ਤੇਰੀ ਸੇਵਾ ਵਿੱਚ ਹਾਜ਼ਰ ਹੋਇਆ, ਕੀ ਚਾਹੁੰਦਾ ਹੈ? ਕਹੈ ਤੇ ਧਰਨੇ ਕੋਡੀ ਕਰੋ, ਕਹੈ ਤਾਂ ਲੇਕਰ ਉੱਪਰ ਧਰੋ, ਕਹੈ ਤਾਂ ਮੂਈ ਗਊ ਦਿਓ ਜਵਾਏ। ਭਗਵਾਨ ਜੀ ਨੇ ਪੁੱਛਿਆ ਜੇ ਕਵੇਂ ਤੇ ਧਰਤੀ ਥੋੜੀ ਟੇਢੀ ਕਰਕੇ ਸਾਰੀ ਦੁਨੀਆ ਦੇ ਲੋਕ ਸਮੁੰਦਰ ਵਿੱਚ ਰੋੜ ਦਈਏ, ਸੁਨਾਮੀ ਆ ਜਾਵੇ, ਸਾਰੇ ਹੀ ਮਰ ਜਾਣ ਜੋ ਤੁਹਾਨੂੰ ਦੁੱਖ ਦਿੰਦੇ ਪਏ। ਨਾਮਦੇਵ ਜੀ ਕਹਿਣ ਲੱਗੇ ਨਹੀਂ ਪ੍ਰਮਾਤਮਾ, ਕਿਉਂ ਦੁਨੀਆ ਨੂੰ ਆਪਾਂ ਐਡੀ ਵੱਡੀ ਸਜ਼ਾ ਦੇਣੀ ਹੈ? ਭਗਵਾਨ ਜੀ ਕਹਿਣ ਲੱਗੇ ਫਿਰ ਧਰਤੀ ਚੁੱਕ ਕੇ ਰਾਜੇ ਦੇ ਸਿਰ ਤੇ ਰੱਖੀਏ, ਰਾਜਾ ਥੱਲੇ ਆ ਕੇ ਮਰ ਜਾਵੇ। ਕਹਿਣ ਲੱਗੇ ਨਹੀਂ ਰਾਜੇ ਦੇ ਉੱਪਰ ਧਰਤੀ ਵੀ ਨਹੀਂ ਰੱਖਣੀ, ਮਾਰਨਾ ਵੀ ਨਹੀਂ ਹੈ। ਫਿਰ ਭਗਵਾਨ ਜੀ ਕਹਿਣ ਲੱਗੇ ਜੇ ਕਵੇਂ ਤੇ ਮਰੀ ਹੋਈ ਗਊ ਜਿਉਂਦਾ ਕਰ ਦਈਏ। ਨਾਮਦੇਵ ਜੀ ਕਹਿੰਦੇ ਹਾਂ ਇਹ ਠੀਕ ਹੈ, ਗਊ ਜਿਉਂਦੀ ਕਰ ਦਿਓ, ਕਿਉਂਕਿ ਗਊ ਦਾ ਵੱਛਾ ਵਿਚਾਰਾ ਭੁੱਖਾ ਹੈ, ਉਹਦੀ ਮਾਂ ਜਿਉਂਦੀ ਹੋਵੇਗੀ, ਦੁੱਧ ਪੀ ਲਵੇਗਾ ਤੇ ਬਚ ਜਾਵੇਗਾ। ਸੋ ਉਹ ਬਚਨ ਲਿਖਿਆ। ਕਹਿਣ ਲੱਗੇ ਜਿਹੜੇ ਭਗਤ ਜਨ ਗੁਰਮੁਖ ਨੇ, ਨਾਮਦੇਵ ਜੀ ਕਹਿੰਦੇ ਅਸੀਂ ਕਿਸੇ ਨਾਲ ਦਵੈਸ਼ ਈਰਖਾ ਵੀ ਨਹੀਂ ਕਰਦੇ, ਰੱਬ ਖੁਦ ਆ ਗਿਆ ਹੈ। ਨਾਮਦੇਵ ਦੱਸ ਮੈਂ ਸਾਰਿਆਂ ਨੂੰ ਖਤਮ ਕਰ ਦੇਵਾਂ? ਸਾਡੇ ਵਰਗਾ ਹੁੰਦਾ ਤੇ 15-20 ਦੇ ਨਾਮ ਤੇ ਜ਼ਰੂਰ ਹੀ ਲੈਂਦਾ ਨਾ, ਵੀ ਫਲਾਣੇ ਨੇ ਦੁੱਖ ਦਿੱਤਾ ਇਹ ਨਹੀਂ ਦਿਸਣਾ ਚਾਹੀਦਾ, ਫਲਾਣੇ ਨੇ ਦੁੱਖ ਦਿੱਤਾ ਇਹ ਨਹੀਂ ਹੋਣਾ ਚਾਹੀਦਾ। ਨਹੀਂ, ਉਹ ਕਹਿਣ ਲੱਗੇ ਅਸੀਂ ਦਵੈਸ਼ ਤੋਂ ਰਹਿਤ ਹਾਂ, ਕਿਸੇ ਨਾਲ ਈਰਖਾ ਕਰਦੇ ਹੀ ਨਹੀਂ, ਸਾਰਿਆਂ ਨੂੰ ਬਰਾਬਰ ਕਰਕੇ ਜਾਣਦੇ ਹਾਂ। ਫਿਰ ਫਰਮਾਉਂਦੇ ਹਨ ਚੰਦ ਸੂਰਜ ਦੋਏ ਸਮ ਕਰ ਰੱਖੋ। ਗੁਰਮੁਖੋ ਜਿਹੜੀ ਚੰਦਰਮਾ ਦੀ ਸੁਰ ਉਹ ਸੱਜੀ ਹੈ, ਜਿਸ ਨੂੰ ਇੜਾ ਕਿਹਾ ਜਾਂਦਾ ਸਵਾਸ ਚੜਾਉਣੇ, ਇਹ ਚੰਦਰਮਾ ਦੀ ਸੁਰ ਸੱਜੀ ਠੰਡੀ ਮੰਨੀ ਜਾਂਦੀ ਹੈ। ਜਿਹੜੀ ਸਾਡੇ ਸੱਜੇ ਪਾਸੇ ਨੱਕ ਦੀ ਮੋਰੀ ਹੈ, ਇਹ ਚੰਦਰਮਾ ਦੀ ਸੋ ਕਹਿ ਲਈਏ ਸੁਰ ਮੰਨੀ ਜਾਂਦੀ ਹੈ। ਇਹਦੇ ਰਾਹੀਂ ਜੋਗੀ ਸਵਾਸ ਚੜਾਉਂਦੇ ਨੇ, ਇਸ ਨੂੰ ਠੰਡਾ ਮੰਨਿਆ ਜਾਂਦਾ ਹੈ। ਅਤੇ ਸੂਰਜ ਦੀ ਜਿਹੜੀ ਹੈ ਉਹ ਖੱਬੀ ਸੁਰ, ਉਸ ਨੂੰ ਪਿੰਗਲਾ ਕਿਹਾ ਜਾਂਦਾ ਹੈ, ਉਹਦੇ ਰਾਹੀਂ ਸਵਾਸ ਉਤਾਰਦੇ। ਕਹਿਣ ਲੱਗੇ ਮੈਂ ਇਹਨਾਂ ਦੋਨਾਂ ਨੂੰ ਸਮ ਕਰ ਰੱਖੋ, ਸ਼ਾਂਤ ਕਰਕੇ ਰੱਖਿਆ ਹੈ, ਇਹਨਾਂ ਸਵਾਸਾਂ ਦੇ ਚੜਾਉਣ ਉਤਾਰਨ ਵਿੱਚ ਨਹੀਂ ਪੈਂਦੇ। ਹਾਂ ਬ੍ਰਹਮ ਜੋਤ ਮਿਲ ਜਾਓਗੋ। ਨਾਮਦੇਵ ਜੀ ਕਹਿਣ ਲੱਗੇ ਜੋ ਬ੍ਰਹਮ ਹੈ ਨਾ, ਪ੍ਰਮਾਤਮਾ ਸਾਰਿਆਂ ਥਾਵਾਂ ਤੇ ਸਮਾਇਆ ਹੋਇਆ, ਮਿਲਿਆ ਹੋਇਆ, ਉਸ ਦੇ ਵਿੱਚ ਹੀ ਅਸੀਂ ਸਮਾ ਰਹੇ ਹਾਂ, ਉਸ ਦੇ ਵਿੱਚ ਮਿਲੇ ਹੋਏ ਹਾਂ। ਤੀਰਥ ਦੇਖ ਨਾ ਜਲ ਮੈਂ ਪੈਸੋ। ਨਾਮਦੇਵ ਜੀ ਕਹਿਣ ਲੱਗੇ ਤੀਰਥਾਂ ਨੂੰ ਵੇਖ ਕੇ ਮੈਂ ਕਦੇ ਪਾਣੀ ਵਿੱਚ ਨਹੀਂ ਵੜਿਆ। ਇਹ ਗੰਗਾ ਹੈ, ਗੋਦਾਵਰੀ ਹੈ, ਜਮਨਾ ਹੈ, ਪ੍ਰਾਗਰਾਜ ਹੈ, ਇਹ ਰਾਮੇਸ਼ਵਰ ਹੈ, ਐਸੇ ਤੀਰਥਾਂ ਨੂੰ ਵੇਖ ਕੇ ਮੈਂ ਪਾਣੀ ਵਿੱਚ ਵੜਦਾ ਹੀ ਨਹੀਂ। ਕਿਉਂ ਨਹੀਂ ਵੜਦੇ ਨਾਮਦੇਵ ਜੀ? ਕਹਿਣ ਲੱਗੇ ਸਾਨੂੰ ਜਲ ਵਿੱਚ ਟੁਬਕੀਆਂ ਲਾਉਣ ਦੀ ਲੋੜ ਹੀ ਕੋਈ ਨਹੀਂ ਹੈ, ਅਸੀਂ ਤੇ ਰੱਬ ਦੇ ਨਾਮ ਨੂੰ ਜਪਦੇ ਪਏ। ਗੰਗਾ ਜੋ ਗੋਦਾਵਰ ਜਾਈਐ, ਕੁੰਭ ਜੋ ਕੇਦਾਰ ਨਹਾਈਐ, ਗੋਮਤੀ ਸਹਿਸ ਗਊ ਦਾਨ ਕੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਉਹਨਾਂ ਦੇ ਬਚਨ ਨੇ ਗੁਰਬਾਣੀ ਦੇ। ਦੁਨੀਆ ਦੇ ਲੋਕ ਕੋਈ ਗੰਗਾ ਕੋਈ ਗੋਦਾਵਰੀ ਜਾ ਕੇ ਇਸ਼ਨਾਨ ਕਰਦਾ, ਰੱਬ ਦੇ ਨਾਮ ਦੇ ਬਰਾਬਰ ਹੈ ਹੀ ਕੁਝ ਨਹੀਂ ਹੈ। ਅਸੀਂ ਤੇ ਨਾਮ ਜਪਦੇ ਪਏ। ਤੀਰਥ ਦੇਖ ਨਾ ਜਲ ਮੈਂ ਪੈਸੋਂ, ਤੀਰਥਾਂ ਨੂੰ ਵੇਖ ਕੇ ਮੈਂ ਜਲ ਵਿੱਚ ਪ੍ਰਵੇਸ਼ ਨਹੀਂ ਕਰਦਾ ਹਾਂ ਨਹਾਉਣ ਵਾਸਤੇ। ਪੁੱਛਿਆ ਨਾਮਦੇਵ ਕਿਉਂ ਨਹੀਂ ਕਰਦੇ?
ਤੇ ਬਖਸ਼ਿਸ਼ ਕਰਦੇ ਹਨ। ਜੀ ਜੰਤ ਨਾ ਸਤਾਵੋਗੋ। ਕਹਿਣ ਲੱਗੇ ਜੇ ਮੈਂ ਪਾਣੀ ਵਿੱਚ ਵੜ ਕੇ ਟੁੱਬੀ ਮਾਰਾਂਗਾ ਪਾਣੀ ਹਿੱਲੇਗਾ। ਪਾਣੀ ਵਿੱਚ ਨਿੱਕੇ ਨਿੱਕੇ ਜੀਵ ਰਹਿੰਦੇ, ਵੱਡੇ ਜੰਤ ਵੀ ਰਹਿੰਦੇ। ਜਦੋਂ ਮੈਂ ਟੁੱਬੀ ਮਾਰਾਂਗਾ ਉਹ ਜੀਵ ਜੰਤ ਦੁਖੀ ਹੋ ਜਾਣਗੇ। ਮੈਂ ਕਿਉਂ ਦੁੱਖ ਦੇਵਾਂ ਭਾਈ ਉਹਨਾਂ ਨੂੰ। ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦਾ ਘਰ ਹੀ ਪਾਣੀ ਹੈ। ਉਹਦੇ ਵਿੱਚ ਤੁਰੇ ਫਿਰਦੇ ਆਪਣੀ। ਹੁਣ ਆਪਾਂ ਕਿਸੇ ਦੇ ਘਰ ਵਿੱਚ ਜਾ ਕੇ ਵੜ ਜਾਈਏ ਬਿਨਾਂ ਪੁੱਛੇ ਤੋਂ ਤੇ ਜਾ ਕੇ ਉਹਨਾਂ ਨੂੰ ਦੁੱਖ ਦੇਣ ਲੱਗ ਪਈਏ, ਮਰਜ਼ੀ ਕਰੀਏ, ਤੇ ਫਿਰ ਘਰ ਵਾਲੇ ਮੈਂਬਰ ਦੁਖੀ ਹੋ ਜਾਂਦੇ ਨੇ ਵੀ ਇਹਨੂੰ ਅਸੀਂ ਬੁਲਾਇਆ ਵੀ ਨਹੀਂ, ਇਹ ਤਾਂ ਵੀ ਆ ਗਿਆ ਸਾਡੇ ਕੋਲ ਦੁੱਖ ਦੇਣ ਵਾਸਤੇ। ਨਾਮਦੇਵ ਜੀ ਕਹਿਣ ਲੱਗੇ ਜੀਵ ਜੰਤੂਆਂ ਦਾ ਘਰ ਹੀ ਪਾਣੀ ਹੈ। 42 ਲੱਖ ਜੀ ਜਲ ਮੈਂ ਹੋਤੇ। ਨਿੱਕੇ ਨਿੱਕੇ ਜੀਵ ਜੰਤੂ ਜਿਹੜੇ ਵੇਖੇ ਵੀ ਨਹੀਂ ਜਾਂਦੇ, ਇੰਨੇ ਨਿੱਕੇ ਉਹ ਪਾਣੀ ਵਿੱਚ ਮਿਲੇ ਹੋਏ। ਵੱਡੇ ਜਿਹੜੇ ਸਰੀਰਾਂ ਵਾਲੇ ਜਾਨਵਰ ਨੇ ਉਹ ਵੀ ਪਾਣੀ ਵਿੱਚ ਬੈਠੇ ਹੋਏ। ਕਹਿਣ ਲੱਗੇ ਮੈਂ ਪਾਣੀ ਵਿੱਚ ਤਾਂ ਨਹੀਂ ਵੜਦਾ ਵੀ ਐਵੇਂ ਦੁੱਖ ਦੇਣਾ ਜਾ ਕੇ ਉਹਨਾਂ ਵਿਚਾਰੇ ਰੱਬ ਦੇ ਬਣਾਏ ਹੋਏ ਜੀਵਾਂ ਨੂੰ। ਉਹਨਾਂ ਨੂੰ ਮौज ਕਰਨ ਦਿਓ, ਪਾਣੀ ਵਿੱਚ ਬੈਠੇ ਆਪਣਾ ਉਹ ਆਨੰਦ ਲੈਂਦੇ ਪਏ। ਇਸ ਕਰਕੇ ਤੀਰਥ ਦੇਖ ਨਾ ਜਲ ਮੈਂ ਪੈਸੋਂ। ਮੈਂ ਤੀਰਥਾਂ ਨੂੰ ਵੇਖ ਕੇ ਪਾਣੀ ਵਿੱਚ ਨਹੀਂ ਜਾਂਦਾ ਵੜਦਾ ਹਾਂ, ਇਸ਼ਨਾਨ ਨਹੀਂ ਕਰਦਾ। ਜੀਵ ਜੰਤ ਨਾ ਸਤਾਵੋ ਗੋ, ਤਾਂ ਕਿ ਮੇਰੇ ਜਾਣ ਕਰਕੇ ਜੀਵ ਜੰਤੂ ਵਿਚਾਰੇ ਜਿਹੜੇ ਦੁਖੀ ਨਾ ਹੋ ਜਾਣਾ ਕਰਨ। 68 ਤੀਰਥ ਗੁਰੂ ਦਿਖਾਏ। ਉਸ ਵੇਲੇ ਤਰਲੋਚਨ ਜੀ ਕਹਿਣ ਲੱਗੇ ਨਾਮਦੇਵ 68 ਤੀਰਥਾਂ ਦਾ ਇਸ਼ਨਾਨ ਬੜਾ ਵੱਡਾ ਮੰਨਿਆ ਹੈ। ਵੈਸੇ ਹਿੰਦੂ ਧਾਰਮਿਕ ਗ੍ਰੰਥਾਂ ਦੇ ਵਿੱਚ 3.5 ਕਰੋੜ ਤੀਰਥਾਂ ਦਾ ਜ਼ਿਕਰ ਹੈ ਵੀ 3.5 ਕਰੋੜ ਤੀਰਥ ਨੇ, ਪਰ ਉਹਦੇ ਵਿੱਚੋਂ 68 ਵੱਡੇ ਮੰਨੇ ਜਾਂਦੇ, ਮਸ਼ਹੂਰ ਜਿਹੜੇ ਮੁੱਖ ਮੰਨੇ ਜਾਂਦੇ, ਉਹਨਾਂ ਦਾ ਇਸ਼ਨਾਨ ਹਿੰਦੂ ਧਾਰਮਿਕ ਮਰਿਆਦਾ ਮੁਤਾਬਕ ਬੜਾ ਵੱਡਾ ਮੰਨਿਆ ਹੈ। ਪਾਤਸ਼ਾਹ ਇੱਥੇ ਬਚਨ ਕਰਦੇ ਕਹਿਣ ਲੱਗੇ 68 ਤੀਰਥ ਗੁਰੂ ਦਿਖਾਏ। ਜਿਨ੍ਹਾਂ 68 ਤੀਰਥਾਂ ਵਿੱਚ ਦੁਨੀਆ ਦੇ ਲੋਕ ਜਾ ਕੇ ਡੁਬਕੀਆਂ ਲਾਉਂਦੇ ਨਾ, ਇਸ਼ਨਾਨ ਕਰਦੇ, ਉਹ ਮੇਰੇ ਗੁਰੂ ਨੇ ਮੈਨੂੰ ਹਿਰਦੇ ਵਿੱਚ ਹੀ ਵਿਖਾ ਦਿੱਤੇ। ਬਾਹਰ ਜਾਣ ਦੀ ਲੋੜ ਹੀ ਨਹੀਂ ਪੈਂਦੀ ਹੈ। ਐਸੀ ਸਮਰੱਥਾ ਭਗਤਾਂ ਦੀ ਬਣ ਜਾਂਦੀ ਹੈ। ਭਗਤ ਰਵਿਦਾਸ ਜੀਆਂ ਦੇ ਸਮੇਂ ਦੀ ਸਾਖੀ ਆਉਂਦੀ ਹੈ ਨਾ, ਇੱਕ ਟਕਾ ਦੇ ਕੇ ਆਖਿਆ ਸੀ ਇਹ ਟਕਾ ਉਦੋਂ ਦਿਓ ਗੰਗਾ ਨੂੰ ਜਦੋਂ ਆਪ ਮੰਗ ਲਵੇ। ਤੇ ਜਦੋਂ ਉਹ ਸ਼ਰਧਾਲੂ ਇਸ਼ਨਾਨ ਕਰਕੇ ਬਾਹਰ ਨਿਕਲਣ ਲੱਗੇ ਤੇ ਗੰਗਾ ਨੇ ਆਪ ਉਹ ਟਕਾ ਮੰਗ ਲਿਆ, ਦੇ ਦਿੱਤਾ। ਬੜੇ ਹੈਰਾਨ ਹੋਏ। ਉਸ ਵੇਲੇ ਗੰਗਾ ਨੇ ਆਪਣੇ ਵੱਲੋਂ ਕੰਗਣ ਦਿੱਤਾ ਵੀ ਇਹ ਕੰਗਣ ਜਾ ਕੇ ਮੇਰੇ ਵੱਲੋਂ ਸੋਨੇ ਦਾ ਕੜਾ ਰੱਬ ਦੇ ਭਗਤ ਨੂੰ ਭੇਟ ਕਰਿਓ। ਉਹ ਜਿਹੜੇ ਸ਼ਰਧਾਲੂ ਸਨ ਉਹਨਾਂ ਦਾ ਮਨ ਬੇਈਮਾਨ ਹੋ ਗਿਆ ਵੀ ਭਗਤ ਨੇ ਕੜਾ ਕੀ ਕਰਨਾ, ਆਪਾਂ ਇਹ ਸੋਨੇ ਦਾ ਕੜਾ ਹੀਰਿਆਂ ਦਾ ਇਹ ਰਾਜੇ ਨੂੰ ਆਪਾਂ ਜਾ ਕੇ ਗਿਫਟ ਦਈਏ, ਰਾਜਾ ਖੁਸ਼ ਹੋਵੇਗਾ, ਕੱਲ ਨੂੰ ਰਾਜੇ ਤੋਂ ਕੰਮ ਕੋਈ ਲਵਾਂਗੇ, ਭਗਤ ਨੇ ਆਪਾਂ ਨੂੰ ਕੀ ਦੇ ਦੇਣਾ। ਜਦੋਂ ਰਾਜੇ ਨੂੰ ਜਾ ਕੇ ਉਹ ਤੋਹਫਾ ਦਿੱਤਾ ਨਾ, ਰਾਜੇ ਨੇ ਉਹ ਤੋਹਫਾ ਸੋਨੇ ਦਾ ਹੀਰਿਆਂ ਦਾ ਜੜਿਆ ਕੜਾ ਆਪਣੀ ਰਾਣੀ ਨੂੰ ਦੇ ਦਿੱਤਾ ਵੀ ਚੱਲ ਤੂੰ ਪਾ ਲਿਆ ਕਰ ਹੱਥ ਵਿੱਚ। ਰਾਣੀ ਕਹਿਣ ਲੱਗੀ ਵੀ ਕੜਾ ਬੜਾ ਸੋਹਣਾ, ਇਹਦੇ ਨਾਲ ਦਾ ਇੱਕ ਹੋਰ ਚਾਹੀਦਾ। ਰਾਜੇ ਨੂੰ ਸ਼ਰਧਾਲੂ ਬੁਲਾ ਲਿਆ, ਕਹਿਣ ਲੱਗਾ ਵੀ ਲਿਆਓ ਇਹਦੇ ਨਾਲ ਦਾ ਇੱਕ ਹੋਰ। ਉਹਨਾਂ ਵਿਚਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਹੋਰ ਕਿੱਥੋਂ ਲੈ ਕੇ ਆਈਏ, ਵੀ ਗੰਗਾ ਵਿੱਚੋਂ ਮਿਲਿਆ ਸੀ, ਕਿਹੜਾ ਕਿਸੇ ਕੋਲੋਂ ਬਣਵਾ ਕੇ ਲਿਆਂਦਾ। ਜਦੋਂ ਵੇਖਿਆ ਨਾ ਵੀ ਹੁਣ ਜਾਨ ਬਚਦੀ ਨਹੀਂ, ਰਵਿਦਾਸ ਜੀ ਦੇ ਕੋਲ ਆ ਗਿਆ। ਕਹਿਣ ਲੱਗੇ ਸਾਰੀ ਫਿਰ ਕਰਤੂਤ ਦੱਸੀ ਵੀ ਇਸ ਤਰ੍ਹਾਂ ਅਸੀਂ ਕਰ ਬੈਠੇ ਹਾਂ, ਹੁਣ ਸਾਡੀ ਜਾਨ ਤੁਹਾਡੇ ਹੱਥ ਵਿੱਚ ਹੈ, ਬਚਾ ਦਿਓ। ਤੇ ਭਗਤ ਰਵਿਦਾਸ ਜੀ ਕਹਿਣ ਲੱਗੇ ਜਿਸ ਭਾਂਡੇ ਦੇ ਵਿੱਚ ਅਸੀਂ ਚਮੜਾ ਪਾਇਆ ਨਾ ਨਰਮ ਹੋਣ ਵਾਸਤੇ, ਜੁੱਤੀਆਂ ਗੰਢਣ ਵਾਸਤੇ, ਜਾਓ ਜਾ ਕੇ ਉਹਦੇ ਵਿੱਚ ਧਿਆਨ ਮਾਰੋ, ਜੋ ਚਾਹੀਦਾ ਉਹ ਮਿਲ ਜਾਏਗਾ। ਜਦੋਂ ਉਸ ਪਾਣੀ ਦੇ ਬਰਤਨ ਵਿੱਚ ਜਾ ਕੇ ਵੇਖਿਆ ਉਹਦੇ ਵਿੱਚ ਗੰਗਾ ਚੱਲਦੀ ਪਈ ਹੈ ਤੇ ਉਹ ਸਾਰਾ ਬਰਤਨ ਕੰਗਣਾਂ ਦਾ ਹੀ ਭਰਿਆ ਹੋਇਆ। ਐਸੀ ਮਹਿਮਾ ਰੱਬ ਦੇ ਭਗਤਾਂ ਦੀ, ਉਹਦੇ ਵਿੱਚੋਂ ਲੈ ਕੇ ਉਹਨਾਂ ਨੇ ਜਾਨ ਛੁਡਾਈ। ਸੋ ਬਚਨ ਆ ਗਿਆ, ਕਹਿਣ ਲੱਗੇ 68 ਤੀਰਥ ਗੁਰੂ ਦਿਖਾਏ। ਇਹ ਜਿਹੜੇ 68 ਤੀਰਥਾਂ ਦੇ ਦੁਨੀਆ ਦੇ ਲੋਕ ਇਸ਼ਨਾਨ ਕਰਦੇ ਫਿਰਦੇ, ਭਗਤਾਂ ਦੇ ਤੇ ਉਹ ਚਮੜਾ ਭਿਉਣ ਵਾਲੇ ਭਾਂਡਿਆਂ ਵਿੱਚ ਹੀ 68 ਤੀਰਥ ਤੁਰੇ ਫਿਰਦੇ, ਐਸੀ ਮਹਿਮਾ ਹੈ। ਕਹਿਣ ਲੱਗੇ ਭਾਈ ਉਹ ਤੀਰਥ ਸਾਨੂੰ ਗੁਰੂ ਨੇ ਅੰਦਰ ਹੀ ਵਿਖਾ ਦਿੱਤੇ, ਬਾਹਰ ਹੁਣ ਜਾਣ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ। ਬੋਲੇ ਸੋ ਨਿਹਾਲ। ਇਸ ਤਰ੍ਹਾਂ ਦੇ ਤੀਰਥਾਂ ਦੀ ਯਾਤਰਾ ਸਾਨੂੰ ਕਰਨ ਦੀ ਲੋੜ ਨਹੀਂ ਪੈਂਦੀ ਹੈ। ਗੁਰੂ ਨੇ ਕਿਰਪਾ ਹੀ ਐਸੀ ਕਰ ਦਿੱਤੀ ਹੈ, ਉਹ ਸਭ ਕੁਝ ਅੰਦਰ ਹੀ ਸਾਨੂੰ ਦਿਸ ਪਿਆ ਹੈ। ਘਟ ਹੀ ਭੀਤਰ ਨਾਓਗੋ। ਅਤੇ ਅੰਤःਕਰਨ ਦੇ ਵਿੱਚ ਹੀ ਅਸੀਂ ਆਤਮਾ ਰੂਪੀ ਤੀਰਥ ਦੇ ਉੱਪਰ ਹੀ ਇਸ਼ਨਾਨ ਕਰਦੇ ਪਏ ਹਾਂ। ਇਹ ਜੋ ਆਤਮਾ ਸਾਡੀ ਨਿਰਮਲ ਹੋ ਗਈ ਹੈ ਨਾ ਨਾਮ ਜਪ ਕੇ, ਇਹੋ ਹੀ ਕਹਿੰਦੇ ਅਸੀਂ ਇਸ਼ਨਾਨ ਕਰਕੇ ਆਪਣੇ ਆਪ ਨੂੰ ਸਫਲਾ ਕੀਤਾ ਹੈ। ਪੰਚ ਸਹਾਈ ਜਨ ਕੀ ਸੋਭਾ। ਉਸ ਵੇਲੇ ਕਹਿਣ ਲੱਗੇ ਮੈਂ ਚੌਧਰੀ ਵੀ ਨਹੀਂ ਬਣਦਾ। ਕਈ ਲੋਕ ਗੁਰਮੁਖੋ ਕਿਸ ਤਰ੍ਹਾਂ ਦੇ ਹੁੰਦੇ, 5 ਬੰਦੇ ਸੇਵਾ ਕਰਦੇ ਪਏ ਨਾ, ਇੱਕ ਵਿੱਚ 6ਵਾਂ ਵਿੱਚ ਲੰਬਰਦਾਰ ਆ ਜਾਏਗਾ, ਉਹਨੇ ਕਰਨਾ ਕੱਖ ਨਹੀਂ ਹੁੰਦਾ।
ਐਵੇਂ ਆ ਕੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇਈ ਜਾਣੇ, ਆਹ ਕਰੋ ਉਹ ਕਰੋ। ਦੁਨੀਆ ਨੂੰ ਇਹ ਵਿਖਾਉਣਾ ਵੀ ਮੈਂ ਕਰਵਾ ਰਿਹਾ ਹਾਂ, ਸੇਵਾ ਪਹਿਲਾਂ ਹੀ ਹੋ ਰਹੀ ਹੈ, ਬੰਦੇ ਪਹਿਲਾਂ ਹੀ ਲੱਗੇ। ਪਰ ਇੱਕ ਨੰਬਰਦਾਰ ਉਹਨਾਂ ਵਿੱਚ ਜ਼ਰੂਰ ਬਣ ਜਾਂਦਾ। ਇਹ ਆਦਤ ਆਮ ਹੀ, ਆਪਾਂ ਵੀ ਵੇਖੀਏ ਨਾ, ਗੁਰੂ ਘਰ ਕੋਈ ਲੰਗਰ ਬਣੇ, ਵਰਤਾਉਣ ਵਾਲੇ ਵਰਤਾਉਂਦੇ, ਉੱਤੇ ਨੰਬਰਦਾਰ ਵੀ ਕੋਈ ਨਾ ਕੋਈ ਖਲੋਤਾ ਹੁੰਦਾ, ਹੁਕਮ ਝਾੜਨ ਵਾਲਾ। ਉਹ ਵਿਖਾ ਰਿਹਾ ਹੁੰਦਾ ਵੀ ਮੈਂ ਬੜਾ ਪ੍ਰਬੰਧ ਕਰ ਰਿਹਾ ਹਾਂ, ਅਤੇ ਲੋਕ ਮੈਨੂੰ ਚੰਗਾ ਕਹਿਣ ਵੀ ਇਹਨੇ ਬੜਾ ਜ਼ਿੰਮੇਵਾਰੀ ਨਿਭਾਈ ਹੈ, ਮੈਨੂੰ ਮਾਣ ਮਿਲੇ, ਸਨਮਾਨ ਮਿਲੇ। ਅਤੇ ਜਦੋਂ ਸਾਰੇ ਲੰਗਰ ਪ੍ਰਸ਼ਾਦਾ ਛਕ ਲੈਂਦੇ, ਫਿਰ ਸਾਰੇ ਵਡਿਆਈ ਦਿੰਦੇ ਉਹਨੂੰ, ਨੰਬਰਦਾਰ ਨੂੰ, ਜਿਹੜਾ ਚੌਧਰੀ ਬਣਿਆ ਹੁੰਦਾ। ਬੱਲੇ ਬੱਲੇ, ਤੇਰਾ ਬੜਾ ਪ੍ਰਬੰਧ ਹੈ, ਤੂੰ ਬੜੀ ਚੰਗੀ ਬਾਖੂਬੀ ਸੇਵਾ ਨਿਭਾਈ ਹੈ। ਨਾਮਦੇਵ ਜੀ ਕਹਿੰਦੇ ਮੈਂ ਇਹਨਾਂ ਚੱਕਰਾਂ ਵਿੱਚ ਵੀ ਨਹੀਂ ਪੈਂਦਾ ਕਿ ਜੇ ਕੋਈ ਰੱਬ ਦੇ ਪਿਆਰੇ ਸੰਤ ਬੈਠੇ ਹੋਣ ਅਤੇ ਮੈਂ ਜਾ ਕੇ ਕੜਛੀ ਫੜ ਕੇ ਮੁਖੀ ਬਣ ਕੇ ਲੱਗ ਪਵਾਂ ਵੀ ਮੈਨੂੰ ਹੀ ਵਰਤਾਉਣਾ ਆਉਂਦਾ, ਦੂਜੇ ਪਰੇ ਹੋ ਜਾਓ। ਅਤੇ ਜਦੋਂ ਸੰਤ ਪ੍ਰਸ਼ਾਦਾ ਛਕ ਲੈਣ, ਬਾਅਦ ਵਿੱਚ ਉਹ ਕਹਿਣ ਵੀ ਨਾਮਦੇਵ ਬੱਲੇ ਬੱਲੇ, ਬੜੀ ਅੱਜ ਗੱਲ ਬਣੀ ਹੈ, ਬੜੀ ਸੋਹਣੀ ਸਬਜ਼ੀ ਬਣਾ ਕੇ ਲਿਆਇਆ, ਬੜਾ ਸੋਹਣਾ ਪ੍ਰਸ਼ਾਦਾ ਬਣਾਇਆ। ਉਹ ਜੇ ਰੱਬ ਦੇ ਪਿਆਰੇ ਮੈਨੂੰ ਚੰਗਾ ਵੀ ਕਹਿਣਗੇ ਤਾਂ ਕਹਿੰਦੇ ਮੈਨੂੰ ਇਹ ਵੀ ਨਹੀਂ ਚੰਗਾ ਲੱਗਦਾ, ਮੈਨੂੰ ਨਹੀਂ ਇਹ ਚੌਧਰਤਾਈ ਚਾਹੀਦੀ ਦੁਨੀਆ ਦੀ, ਵੀ ਦੁਨੀਆ ਮੈਨੂੰ ਚੰਗਾ ਕਵੇ। ਇਹ ਸਾਡੀ ਸੰਸਾਰ ਦੇ ਲੋਕਾਂ ਦੀ ਬਿਰਤੀ ਹੈ ਕਿ ਦੁਨੀਆ ਮੈਨੂੰ ਭਲਾ ਕਵੇ, ਚੰਗਾ ਕਵੇ, ਮੈਨੂੰ ਮਾੜਾ ਕੋਈ ਨਾ ਕਵੇ। ਜਿਸ ਪਾਸੇ ਜਾਵਾਂ, ਮਹਾਰਾਜ ਜੀ ਦੇ ਬਾਣੀ ਦਾ ਬਚਨ ਹੈ ਨਾ, ਜੇ ਜੁਗ ਚਾਰੇ ਅਰਜ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ, ਚੰਗਾ ਨੌ ਰਖਾਏ ਕੈ ਜਸ ਕੀਰਤ ਜਗ ਲੈ। ਬਾਣੀ ਦਾ ਬਚਨ ਹੈ ਵੀ ਮੇਰੇ ਸਾਹਮਣੇ ਵੀ ਮੇਰੀ ਤਾਰੀਫ ਹੋਵੇ, ਮੇਰੀ ਪਿੱਠ ਪਿੱਛੇ ਵੀ ਮੇਰੀ ਤਾਰੀਫ ਹੋਵੇ। ਜਿਹੜੀ ਸਾਹਮਣੇ ਵਡਿਆਈ ਹੋਣੀ ਨਾ, ਉਸ ਨੂੰ ਜਸ ਕਿਹਾ ਜਾਂਦਾ ਹੈ। ਬੰਦਾ ਸਾਹਮਣੇ ਬੈਠਾ ਹੈ ਨਾ, ਦੂਜਾ ਬੰਦਾ ਦੱਸਦਾ ਵੀ ਇਹ ਬੰਦਾ ਬੜਾ ਚੰਗਾ ਹੈ, ਇਹਨੇ ਫਲਾਣੀ ਥਾਂ 'ਤੇ ਇਹ ਕੀਤਾ ਸੀ, ਇਹਨੇ ਫਲਾਣੀ ਥਾਂ 'ਤੇ ਉਹ ਕੀਤਾ। ਜਿਹੜੀ ਸਾਹਮਣੇ ਵਡਿਆਈ ਕੀਤੀ ਹੈ, ਬੰਦਾ ਹੋਰ ਆਪਣੀਆਂ ਮੁੱਛਾਂ ਨੂੰ ਤਾ ਦਿੰਦਾ ਵੀ ਹਾਂ ਬਿਲਕੁਲ ਮੈਂ ਕੀਤਾ ਹੈ, ਮੇਰੀ ਵਡਿਆਈ ਹੋ ਰਹੀ ਹੈ। ਇਹਨੂੰ ਜਸ ਕਿਹਾ ਜਾਂਦਾ, ਸਾਹਮਣੇ ਮੂੰਹ 'ਤੇ ਤਾਰੀਫ ਕਰਨੀ। ਅਤੇ ਕੀਰਤੀ ਉਹ ਹੁੰਦੀ ਹੈ ਕਿ ਬੰਦਾ ਚਲੇ ਜਾਵੇ ਅਤੇ ਬਾਅਦ ਵਿੱਚ ਬੰਦੇ ਦੀ ਸਿਫਤ ਕੀਤੀ ਜਾਵੇ ਵੀ ਇਹ ਜਿਹੜਾ ਬੰਦਾ ਚਲੇ ਗਿਆ ਨਾ, ਇਹ ਵਾਕਿਆ ਹੀ ਇਹ ਸਿਫਤ ਦੇ ਯੋਗ ਹੈ, ਉਹਨੂੰ ਕਿਹਾ ਜਾਂਦਾ ਕੀਰਤੀ ਕਰਨੀ। ਮਹਾਰਾਜ ਕਹਿਣ ਲੱਗੇ ਜਸ ਕੀਰਤ ਜਗ ਲੈ। ਦੁਨੀਆ ਦੇ ਲੋਕ ਮੂੰਹ 'ਤੇ ਵੀ ਤਾਰੀਫ ਕਰਨ ਅਤੇ ਦੁਨੀਆ ਦੇ ਲੋਕ ਪਿੱਠ ਪਿੱਛੇ ਵੀ ਤਾਰੀਫ ਕਰਨ। ਇਸ ਤਾਰੀਫ ਦੇ ਪਿੱਛੇ ਦੁਨੀਆ ਭੱਜੀ ਫਿਰਦੀ ਹੈ ਕਿ ਲੋਕ ਮੈਨੂੰ ਚੰਗਾ ਕਹਿਣ, ਮਾੜਾ ਕੋਈ ਨਾ ਕਵੇ। ਨਾਮਦੇਵ ਜੀ ਕਹਿਣ ਲੱਗੇ ਭਾਈ ਪੰਚ ਸਹਾਈ ਜਨ ਕੀ ਸੋਭਾ। ਪੰਚ ਤੋਂ ਭਾਵ ਹੈ ਨੰਬਰਦਾਰ ਬਣ ਜਾਣਾ, ਚੌਧਰੀ ਬਣ ਜਾਣਾ, ਮੁਖੀ ਬਣ ਜਾਣਾ। ਅਤੇ ਫਿਰ ਕੀ ਕਰਨਾ ਕਿ ਉਸ ਵੇਲੇ ਸਹਾਇਤਾ ਕਰਨੀ ਰੱਬ ਦਿਆਂ ਭਗਤਾਂ ਦੀ। ਜਨ ਜਿਹੜੇ ਭਗਤ ਨੇ ਉਹਨਾਂ ਦੀ ਸਹਾਇਤਾ ਕਰਨੀ, ਉਹਨਾਂ ਦੀ ਸੇਵਾ ਕਰਨੀ। ਨਾਮਦੇਵ ਜੀ ਕਹਿੰਦੇ ਹਨ ਭਲੋ ਭਲੋ ਨਾ ਕਹਾਵੋਗੋ। ਮੈਨੂੰ ਇਹ ਵੀ ਨਹੀਂ ਚੰਗਾ ਲੱਗਦਾ ਕਿ ਕੋਈ ਆਖੇ ਵੀ ਨਾਮਦੇਵ ਤੂੰ ਇਹ ਜਥੇਦਾਰੀ ਸਾਂਭੀ ਹੈ ਅਤੇ ਤਾਂ ਹੀ ਇਹ ਕੰਮ ਪੂਰਾ ਹੋਇਆ ਹੈ, ਤੂੰ ਜੇ ਜ਼ਿੰਮੇਵਾਰੀ ਨਾ ਸਾਂਭਦਾ ਇਹ ਕੰਮ ਹੋ ਹੀ ਨਹੀਂ ਸੀ ਸਕਦਾ। ਕਹਿੰਦੇ ਮੈਨੂੰ ਨਹੀਂ ਇਹ ਚਾਹੀਦੀ, ਇਹ ਵਡਿਆਈ ਜਿਹੜੀ ਦੁਨੀਆ ਦੇ ਵੱਲੋਂ ਫੋਕੀ ਮਿਲਦੀ ਹੈ ਇਹ ਨਹੀਂ ਚਾਹੀਦੀ ਹੈ। ਦੁਨੀਆ ਦੇ ਲੋਕ ਜਿੱਥੇ ਕੁਰਸੀ ਪਿੱਛੇ ਲੜਦੇ, ਉੱਥੇ ਦੁਨੀਆ ਦੇ ਲੋਕ ਵਡਿਆਈ ਪਿੱਛੇ ਵੀ ਲੜਦੇ ਪਏ ਵੀ ਮੈਂ ਕੁਰਸੀ 'ਤੇ ਬੈਠਾ, ਮੇਰੇ ਹੁੰਦਿਆਂ ਕੰਮ ਹੋਵੇਗਾ ਅਤੇ ਮੇਰਾ ਨਾਮ ਆਵੇਗਾ ਵੀ ਫਲਾਣੇ ਨੇ ਇਹ ਕੰਮ ਕਰਵਾਇਆ ਸੀ। ਭਾਵੇਂ ਹੋਇਆ ਕਿਸ ਤਰ੍ਹਾਂ ਵੀ ਹੈ, ਸੰਗਤ ਦੇ ਸਹਿਯੋਗ ਦੇ ਨਾਲ, ਪਰ ਉਹ ਜਿਹੜਾ ਮੈਡਲ ਉਹ ਮੇਰੇ ਗਲ ਵਿੱਚ ਆਵੇ ਵੀ ਮੇਰੇ ਹੁੰਦਿਆਂ ਹੋਇਆ ਹੈ। ਇਹ ਵੀ ਇੱਕ ਫੋਕੀ ਸ਼ੌਹਰਤ ਹੈ, ਫੋਕੀ ਵਡਿਆਈ ਹੈ, ਦੁਨੀਆ ਲੈਣ ਨੂੰ ਉਹ ਭੱਜੀ ਫਿਰਦੀ ਹੈ। ਨਾਮਦੇਵ ਜੀ ਕਹਿਣ ਲੱਗੇ ਪੰਚ ਸਹਾਈ ਜਨ ਕੀ ਸੋਭਾ। ਰੱਬ ਦੇ ਪਿਆਰਿਆਂ ਦੀ ਪ੍ਰਸ਼ਾਦੇ ਪਾਣੀ ਨਾਲ ਵਡਿਆਈ, ਪ੍ਰਸ਼ਾਦਾ ਛਕਾ ਕੇ ਵਡਿਆਈ ਲੈਣੀ, ਨੰਬਰਦਾਰ ਬਣ ਕੇ ਜਿਹੜਾ ਸਾਹਮਣੇ ਹੋਣਾ ਹੈ। ਭਲੋ ਭਲੋ ਨਾ ਕਹਾਵੋਗੋ। ਮੈਨੂੰ ਕੋਈ ਕਵੇ ਵੀ ਬੜਾ ਚੰਗਾ ਨਾਮਦੇਵ, ਮੈਨੂੰ ਨਹੀਂ ਇਹ ਗੱਲ ਚੰਗੀ ਲੱਗਦੀ, ਮੈਂ ਆਪਣੇ ਆਪ ਨੂੰ ਭਲਾ ਕਹਾਉਣਾ ਹੀ ਨਹੀਂ ਚਾਹੁੰਦਾ। ਤੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਰੱਬ ਦਿਆਂ ਭਗਤਾਂ ਨੇ ਕਿਤੇ ਨਹੀਂ ਆਖਿਆ ਵੀ ਮੈਨੂੰ ਵੱਡਾ ਕਹੋ, ਮੈਨੂੰ ਸ਼੍ਰੋਮਣੀ ਕਹੋ, ਮੈਨੂੰ ਚੰਗਾ ਕਹੋ। ਰਵਿਦਾਸ ਭਗਤ ਜੀਆਂ ਨੇ ਗੁਰਬਾਣੀ ਦੇ ਵਿੱਚ ਆਪਣੇ ਆਪ ਨੂੰ ਚੁਮਿਆਰ ਲਿਖ ਦਿੱਤਾ, ਚਮਰੱਟਾ ਗਾਂਠ ਨਾ ਜਣਹੀ ਲੋਗ ਠਾਵੈ ਪਣਹੀ। ਦੁਨੀਆ ਦੇ ਲੋਕ ਕਹਿੰਦੇ ਤੁਸੀਂ ਭਗਤ ਜੀ ਨੂੰ ਇਹ ਗੱਲ ਕਿਉਂ ਕਹਿੰਦੇ ਹੋ? ਅਸੀਂ ਲੋਕ ਸੰਸਾਰੀ ਹਾਂ, ਸਾਨੂੰ ਇਹ ਲੱਗਦਾ ਵੀ ਜਾਤ ਪਾਤ ਤੋਂ ਪਰੇ ਹੋ ਕੇ ਵੱਡੇ ਬਣ ਕੇ ਵਿਖਾਈਏ, ਦੁਨੀਆ ਨੂੰ ਜਾਤ ਛੁਪਾ ਲਈਏ, ਵੱਡੇ ਬਣ ਕੇ ਵਿਖਾਵਾਂਗੇ, ਲੋਕ ਬੜਾ ਮਾਣ ਸਨਮਾਨ ਕਰਨਗੇ। ਗੁਰਮੁਖੋ ਭਗਤਾਂ ਦੀ ਅਵਸਥਾ ਹੀ ਇਹੋ ਜਿਹੀ ਬਣ ਗਈ ਹੈ, ਉਹਨਾਂ ਦੀ ਨਜ਼ਰ ਵਿੱਚ ਹੁਣ ਜਾਤ ਪਾਤ ਵਾਲਾ ਤੇ
ਕਾਰਜ ਰਹਿ ਹੀ ਨਹੀਂ ਗਿਆ, ਉਹ ਪਰੇ ਹੋ ਗਏ, ਇਹਨਾਂ ਚੀਜ਼ਾਂ ਤੋਂ ਉੱਪਰ ਚਲੇ ਗਏ। ਉਹ ਤੇ ਬ੍ਰਹਮ ਗਿਆਨ ਦੀ ਅਵਸਥਾ ਦੇ ਮਾਲਕ ਬਣ ਗਏ, ਉਹ ਤੇ ਖੁਦ ਪਰਮੇਸ਼ਰ ਹੋ ਗਏ। ਪਰਮੇਸ਼ਰ ਵਿੱਚ, ਭਗਤ ਵਿੱਚ ਜਾਂ ਗੁਰੂ ਵਿੱਚ ਤੇ ਭਗਤ ਵਿੱਚ ਕੋਈ ਫਰਕ ਨਹੀਂ ਹੈ। ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੋ ਗਈ ਨਾ ਭਗਤਾਂ ਦੀ, ਉਹ ਭਗਤ ਗੁਰੂ ਦਾ ਰੁਤਬਾ ਰੱਖਦੇ, ਗੁਰੂ ਦਾ ਹੀ ਮਾਣ ਸਨਮਾਨ ਰੱਖਦੇ, ਐਸੀ ਵਡਿਆਈ ਦੇ ਉਹ ਪਾਤਰ ਬਣ ਗਏ। ਪਰ ਦੁਨੀਆ ਦੇ ਲੋਕ ਅੱਜ ਵੀ ਇਹੋ ਜਿਹੇ ਝਗੜੇ ਪਾ ਕੇ ਬੈਠੇ ਹੋਏ। ਰੋ ਵਿਚਾਰ ਨਾਮਦੇਵ ਜੀ ਕਹਿਣ ਲੱਗੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਬੁਰਾ ਹੀ ਕਹੋ, ਮੈਨੂੰ ਆਖੋ ਵੀ ਕਬੀਰ ਬੜਾ ਮਾੜਾ ਹੈ, ਮੈਨੂੰ ਇਹ ਗੱਲ ਬੜੀ ਚੰਗੀ ਲੱਗੇਗੀ। ਪਰ ਜੇ ਤੁਸੀਂ ਕਹੋਗੇ ਬੜਾ ਚੰਗਾ, ਇਹ ਗੱਲ ਚੰਗੀ ਨਹੀਂ ਲੱਗੇਗੀ। ਗੁਰਮੁਖੋ ਸ਼ਾਸਤਰਾਂ ਵਿੱਚ ਬਚਨ ਲਿਖਿਆ ਹੈ ਕਿ ਜਿਹੜਾ ਵਿਅਕਤੀ ਤੁਹਾਡੇ ਮੂੰਹ 'ਤੇ ਤੁਹਾਡੀ ਤਾਰੀਫ ਕਰੇ, ਤੁਹਾਡੇ ਸਾਹਮਣੇ ਬਹਿ ਕੇ ਆਖੇ ਵੀ ਫਲਾਣਾ ਸਿਓ ਬੜਾ ਚੰਗਾ ਹੈ, ਉਹਨੂੰ ਤੁਸੀਂ ਆਪਣਾ ਦੁਸ਼ਮਣ ਸਮਝ ਲੈਣਾ ਹੈ ਵੀ ਇਹ ਮੇਰਾ ਦੁਸ਼ਮਣ ਹੈ। ਜਿਹੜਾ ਤੁਹਾਡੀ ਮੂੰਹ 'ਤੇ ਵਡਿਆਈ ਕਰੇ ਨਾ, ਘਰ ਵਿੱਚ ਆ ਕੇ ਕਿਸੇ ਨੂੰ ਆਖੇ ਵੀ ਤੇਰੀ ਨਹੁੰ ਬੜੀ ਚੰਗੀ ਹੈ, ਤੇ ਨਹੁੰ ਦੇ ਸਾਹਮਣੇ ਸਿਫਤਾਂ ਦੇ 5-7 ਪੁੱਲ ਬੰਨ੍ਹ ਦਿੱਤੇ, ਤੇ ਸਮਝ ਲਓ ਵੀ ਉਸ ਘਰ ਵਿੱਚ ਕਲੇਸ਼ ਪੈਣ ਲੱਗਿਆ। ਹੁਣ ਸਮਾਂ ਨਹੀਂ ਲੱਗੇਗਾ, ਕਿਉਂਕਿ ਉਹ ਵਡਿਆਈ ਜਿਹੜੀ ਹੈ ਹੁਣ ਕਿਤੇ ਨਾ ਕਿਤੇ ਉਹ ਕਲੇਸ਼ ਦਾ ਰੂਪ ਬਣ ਜਾਵੇਗੀ। ਜਦੋਂ ਕੋਈ ਵੀ ਵਿਅਕਤੀ ਤੁਹਾਡੇ ਮੂੰਹ ਦੇ ਉੱਪਰ ਤੁਹਾਡੀ ਤਾਰੀਫ ਕਰੇ, ਸਮਝ ਲਓ ਵੀ ਇਹ ਮੇਰਾ ਦੁਸ਼ਮਣ ਹੈ, ਇਹ ਮੈਨੂੰ ਅੱਗੇ ਵਧਣ ਨਹੀਂ ਦੇਣਾ ਚਾਹੁੰਦਾ। ਮੈਂ ਹੁਣ ਇਸੇ ਵਡਿਆਈ ਵਿੱਚ ਇੱਥੇ ਹੀ ਖੜ ਜਾਵਾਂਗਾ ਵੀ ਮੇਰੇ ਵਰਗਾ ਤੇ ਆਈ ਕੋਈ ਨਹੀਂ, ਹੁਣ ਮੈਂ ਗਾਂਹ ਕੀ ਲੈਣ ਜਾਣਾ। ਬੰਦਾ ਸਿੱਖ ਨਹੀਂ ਸਕਦਾ ਹੈ, ਨਾ ਹੀ ਬੰਦਾ ਫਿਰ ਕੁਝ ਕਮਾ ਸਕਦਾ ਹੈ। ਥੋੜ੍ਹੀ ਜਿਹੀ ਸੇਵਾ ਕੀਤੀ, ਆਖਿਆ ਵੀ ਤੇਰੇ ਵਰਗਾ ਸੇਵਾਦਾਰ ਹੀ ਕੋਈ ਨਹੀਂ ਹੈ, ਉਹ ਝਾੜੂ ਸੁੱਟ ਕੇ ਉੱਥੇ ਹੀ ਬੈਠ ਗਿਆ, ਚੌਂਕੜਾ ਲਾ ਕੇ, ਮੈਂ ਤੇ ਹੁਣ ਰੱਬ ਬਣ ਗਿਆ, ਮੇਰੇ ਵਰਗਾ ਤੇ ਹੈ ਹੀ ਕੋਈ ਨਹੀਂ। ਥੋੜ੍ਹਾ ਜਿਹਾ ਸਿਮਰਨ ਕੀਤਾ, ਵਡਿਆਈ ਮਿਲੀ, ਉਹ ਛੱਡ ਕੇ ਬੈਠ ਗਿਆ, ਮੇਰੇ ਵਰਗਾ ਤੇ ਹੈ ਹੀ ਕੋਈ ਨਹੀਂ ਹੈ। ਸੋ ਜਿਹੜਾ ਤੁਹਾਡੀ ਮੂੰਹ 'ਤੇ ਤਾਰੀਫ ਕਰੇ, ਸਮਝ ਲਓ ਵੀ ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਕੰਮ ਵਿਗਾੜਦਾ ਪਿਆ ਹੈ। ਸੋ ਇਹ ਸ਼ਾਸਤਰਾਂ ਦੇ ਬਚਨ ਨੇ, ਭਗਤਾਂ ਨੇ ਉਹ ਜੀਵਨ ਕਮਾਇਆ ਹੈ। ਕਹਿਣ ਲੱਗੇ ਮੈਨੂੰ ਕੋਈ ਚੰਗਾ ਚੰਗਾ ਕਵੇ, ਮੈਂ ਸਮਝਦਾ ਵੀ ਉਹ ਮੇਰਾ ਦੁਸ਼ਮਣ ਹੀ ਹੈ, ਮੈਨੂੰ ਨਹੀਂ ਇਹ ਗੱਲਾਂ ਚੰਗੀਆਂ ਲੱਗਦੀਆਂ। ਜਿਨ੍ਹਾਂ ਨੂੰ ਗੁਰਮੁਖੋ ਨਾਮ ਦੀ ਵਡਿਆਈ ਮਿਲੀ ਹੈ, ਉਹਨਾਂ ਨੂੰ ਸੰਸਾਰੀ ਵਡਿਆਈ ਦੀ ਲੋੜ ਨਹੀਂ ਪੈਂਦੀ ਹੈ। ਇਸੇ ਪੰਕਤੀ ਨੂੰ ਫਰਮਾਉਂਦੇ ਹਨ, ਪੰਚ ਸਹਾਈ ਜਨ ਕੀ ਸੋਭਾ, ਭਲੋ ਭਲੋ ਨਾ ਕਹਾਵੋਗੋ। ਕਹਿਣ ਲੱਗੇ ਭਾਈ ਦੁਨੀਆ ਕੋਲੋਂ ਭਲਾ ਭਲਾ ਕਹਾਉਣਾ ਇਹ ਮੈਨੂੰ ਨਹੀਂ ਚੰਗਾ ਲੱਗਦਾ ਹੈ। ਨਾ ਹੀ ਮੈਂ ਮੋਢੀ ਬਣ ਕੇ, ਮੁਖੀ ਬਣ ਕੇ, ਜਾਂ ਕਹਿ ਲਈਏ ਜਥੇਦਾਰ ਬਣ ਕੇ, ਪੰਚ ਸਰਪੰਚ ਬਣ ਕੇ, ਮੈਂ ਸੇਵਾ ਕਰਕੇ ਦੁਨੀਆ ਦੇ ਵਿੱਚ ਆਪਣਾ ਨਾਮ ਲਿਖਵਾਈ ਬੈਠਾ ਵੀ ਪੱਥਰ 'ਤੇ ਮੇਰਾ ਨਾਂ ਲਿਖੋ, ਇਹ ਮੇਰੇ ਕਰਕੇ ਸੜਕ ਨਿਕਲੀ ਹੈ, ਮੇਰੇ ਕਰਕੇ ਪਿੰਡ ਦੀ ਗਲੀ ਪੱਕੀ ਹੋਈ ਹੈ, ਮੇਰੇ ਕਰਕੇ ਫਲਾਣੇ ਦੀ ਪੈਨਸ਼ਨ ਲੱਗੀ ਹੈ, ਮੇਰੇ ਕਰਕੇ ਲੰਗਰ ਚੱਲਦਾ ਪਿਆ, ਮੇਰੇ ਕਰਕੇ ਧਾਰਮਿਕ ਕਾਰਜ ਚੱਲਦੇ ਪਏ। ਨਹੀਂ ਭਾਈ, ਕਹਿਣ ਲੱਗੇ ਮੈਨੂੰ ਇਹ ਬਚਨ ਚੰਗਾ ਨਹੀਂ ਲੱਗਦਾ ਹੈ। ਨਾਮ ਕਹੈ ਚਿਤ ਹਰਸਿਓ ਰਾਤਾ। ਨਾਮਦੇਵ ਜੀ ਕਹਿਣ ਲੱਗੇ ਭਾਈ ਸਾਡਾ ਜਿਹੜਾ ਚਿੱਤ ਹੈ ਨਾ, ਉਹ ਪ੍ਰਮਾਤਮਾ ਦੇ ਵਿੱਚ ਰੰਗਿਆ ਗਿਆ ਹੈ, ਸਾਡਾ ਤੇ ਧਿਆਨ ਹੀ ਉਹਦੇ ਵਿੱਚ ਲੱਗਾ ਹੋਇਆ ਹੈ। ਨਾਮਦੇਵ ਭਗਤ ਜੀ ਕਹਿਣ ਲੱਗੇ ਚਿੱਤ ਹਰਸਿਓ ਲੱਗਾ, ਸਾਡਾ ਜਿਹੜਾ ਚਿੱਤ ਹੈ ਉਹ ਪ੍ਰਮਾਤਮਾ ਨਾਲ ਲੱਗਾ ਹੈ। ਸੁਨ ਸਮਾਦ ਸਮਾਓਗੋ। ਮੈਂ ਅਫੁਰ ਸਮਾਧੀ ਵਿੱਚ ਲੀਨ ਹੋ ਗਿਆ ਹਾਂ, ਉਹਦੇ ਵਿੱਚ ਹੀ ਸਮਾ ਗਿਆ ਹਾਂ। ਫਿਰ ਫਰਮਾਉਂਦੇ ਹਨ, ਨਾਮ ਕਹੈ ਚਿਤ ਹਰਸਿਓ ਰਾਤਾ। ਨਾਮਦੇਵ ਜੀ ਕਹਿਣ ਲੱਗੇ ਸਾਡਾ ਚਿੱਤ ਪ੍ਰਮਾਤਮਾ ਦੇ ਵਿੱਚ ਲੱਗ ਗਿਆ ਹੈ। ਇਸ ਕਰਕੇ ਭਾਈ ਸੁਨ ਸਮਾਦ ਸਮਾਓਗੋ। ਜਿਹੜਾ ਅਫੁਰ ਬ੍ਰਹਮ ਹੈ ਉਹਦੇ ਵਿੱਚ ਮੈਂ ਭੇਦ ਹੋ ਗਿਆ ਹਾਂ, ਉਹਦੇ ਵਿੱਚ ਮਿਲ ਗਿਆ ਹਾਂ, ਐਸੀ ਬਖਸ਼ਿਸ਼ ਹੋਈ ਹੈ। ਮਾਇ ਨ ਹੋਤੀ ਬਾਪ ਨ ਹੋਤਾ, ਕਰਮ ਨ ਹੋਤੀ ਕਾਇਆ। ਨਾਮਦੇਵ ਜੀ ਸ਼ਬਦ ਅੰਦਰ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਜਦੋਂ ਇਸ ਦੁਨੀਆ ਦੇ ਉੱਪਰ ਬਾਣੀ ਦਾ ਬਚਨ ਹੈ, ਜੈਸੇ ਤਰਵਰ ਪੰਖ ਬਸੇਰਾ, ਰਾਮ ਰਾਏ ਕੋਈ ਨਾ ਕਿਸੇ ਹੀ ਖੇਰਾ। ਰਹਾਉ ਦੀਆਂ ਪੰਕਤੀਆਂ। ਕਹਿਣ ਲੱਗੇ ਭਾਈ ਦੁਨੀਆ ਵਿੱਚ ਕੋਈ ਕਿਸੇ ਦਾ ਨਹੀਂ ਹੈ। ਜਿਵੇਂ ਪੰਛੀਆਂ ਦਾ ਰੁੱਖਾਂ ਦੇ ਉੱਪਰ ਬੈਠਣਾ ਹੁੰਦਾ ਹੈ, ਰਾਤ ਨੂੰ ਦਿਨ ਚੜ੍ਹਦਾ ਹੈ ਤੇ ਪੰਛੀ ਉੱਡ ਜਾਂਦੇ, ਫਿਰ ਉਹ ਦੁਬਾਰਾ ਨਹੀਂ ਮਿਲਦੇ ਹਨ। ਸੋ ਇਸ ਤਰ੍ਹਾਂ ਇਹ ਸੰਸਾਰ ਇੱਕ ਰੁੱਖ ਹੈ। ਆਪਾਂ ਜਿੰਨੇ ਜੀਵ ਹਾਂ ਸਾਰੇ ਪੰਛੀਆਂ ਦੇ ਵਾਂਗ ਉਮਰਾਂ ਦੀ ਰਾਤ ਕੱਟਣ ਆਏ ਆ। ਜਦੋਂ ਕਾਲ ਰੂਪੀ ਸੂਰਜ ਚੜ੍ਹੇਗਾ ਤੇ ਸਭ ਨੇ ਇੱਥੋਂ ਚਲੇ ਜਾਣਾ ਹੈ। ਇਸ ਤਰ੍ਹਾਂ ਇਹ ਰਹਾਉ ਦੀ ਪੰਕਤੀ ਤੋਂ ਬਾਅਦ ਵਿੱਚ ਸ਼ਬਦ ਬਖਸ਼ਦੇ ਹਨ, ਮਾਏ ਨਾ ਹੋਤੀ ਬਾਪ ਨਾ ਹੋਤਾ। ਕਹਿਣ ਲੱਗੇ ਭਾਈ ਜਦੋਂ ਮਾਤਾ ਨਹੀਂ ਸੀ, ਜੇ ਮਾਂ ਨਹੀਂ ਤੇ ਸਾਨੂੰ ਜਨਮ ਕਿੱਥੋਂ ਮਿਲਿਆ ਹੈ।
ਜਦੋਂ ਮਾਂ ਨਹੀਂ ਪਿਓ ਨਹੀਂ ਸੀ ਉਦੋਂ ਬੰਦਿਆ ਤੂੰ ਕਿੱਥੇ ਸੀ ਦੱਸ ਭਾਈ। ਮਾਏ ਨਾ ਹੋਤੀ ਬਾਪ ਨਾ ਹੋਤਾ, ਰੇ ਮਨ ਤੇਰੋ ਕੋਏ ਨਹੀਂ, ਖਿੰਚ ਲੈ ਜਿਨ ਭਾਰ ਬਿਰਖ ਬਸੇਰੋ ਪੰਖੋ ਤੈਸੋ ਇਹ ਸੰਸਾਰ। ਮਾਏ ਨਾ ਹੋਤੀ ਬਾਪ ਨਾ ਹੋਤਾ, ਬੰਦਿਆ ਜਦੋਂ ਤੇਰੀ ਮਾਂ ਵੀ ਦੁਨੀਆ ਤੇ ਨਹੀਂ, ਤੇਰਾ ਬਾਪ ਵੀ ਦੁਨੀਆ ਤੇ ਨਹੀਂ ਹੈ। ਕਰਮ ਨਾ ਹੋਤੀ ਕਾਇਆ, ਨਾ ਹੀ ਉਸ ਵੇਲੇ ਕਰਮ ਸਨ, ਕਿਉਂਕਿ ਕਰਮ ਲਿਖੇ ਗਏ ਵੇਦਾਂ ਦੇ ਵਿੱਚ, ਤੇ ਵੇਦ ਵੀ ਨਹੀਂ ਤੇ ਕਰਮ ਕਿਹਨੇ ਲਿਖਣਾ ਹੈ। ਤੇ ਕਰਮਾਂ ਨਾਲ ਸਰੀਰ ਮਿਲਦਾ, ਜੇ ਪਾਪ ਕਰਮ ਨੇ ਤੇ ਸਰੀਰ ਉਹੋ ਜਿਹਾ ਮਿਲੇਗਾ, ਪੁੰਨ ਕਰਮ ਹੈ ਤੇ ਸਰੀਰ ਉਹੋ ਜਿਹਾ ਮਿਲੇਗਾ। ਜਦੋਂ ਕਰਮ ਹੀ ਨਹੀਂ ਸਨ ਦੁਨੀਆ ਤੇ ਬਣੇ ਤੇ ਸਰੀਰ ਕਿੱਥੋਂ ਮਿਲਣਾ ਹੈ। ਨਾ ਉਸ ਵੇਲੇ ਕਰਮ ਸਨ, ਨਾ ਹੀ ਉਸ ਵੇਲੇ ਕਾਇਆ ਸਰੀਰ ਕੋਈ ਹੈ, ਨਾ ਕੋਈ ਉਦੋਂ ਦੇਹ ਹੈ। ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਉਸ ਵੇਲੇ ਹਮ ਨਾਮਦੇਵ ਜੀ ਕਹਿੰਦੇ ਅਸੀਂ ਵੀ ਨਹੀਂ ਸੀ ਦੁਨੀਆ ਤੇ ਤੁਮ ਨਹੀਂ ਹੋਤੇ, ਤੁਸੀਂ ਵੀ ਦੁਨੀਆ ਤੇ ਉਸ ਵੇਲੇ ਨਹੀਂ ਹੋ। ਕੌਣ ਕਹਾਂ ਤੇ ਆਇਆ, ਉਸ ਵੇਲੇ ਕੌਣ ਸੀ ਤੇ ਕਿੱਥੋਂ ਆਇਆ ਦੱਸ ਸਕਦਾ ਕੋਈ। ਜਦੋਂ ਮਾਂ ਬਾਪ ਹੀ ਨਹੀਂ, ਕਰਮ ਨਹੀਂ, ਸਰੀਰ ਨਹੀਂ, ਨਾ ਮੈਂ ਆ ਨਾ ਤੁਸੀਂ ਹੋ, ਨਾ ਸੰਸਾਰ ਹੈ, ਤੇ ਫਿਰ ਇਸ ਗੱਲ ਦੀ ਕੋਈ ਵਰਣਨ ਕਰਕੇ ਦੱਸੇ ਵੀ ਉਦੋਂ ਕੌਣ ਹੈ ਤੇ ਕੋਈ ਕਿੱਥੋਂ, ਤੇ ਕੋਈ ਕਿੱਥੋਂ ਆਇਆ ਹੈ ਦੱਸ ਕੋਈ ਨਹੀਂ ਸਕਦਾ ਹੈ। ਰਾਮ ਕੋਏ ਨਾ ਕਿਸੀ ਕੇਰਾ, ਇਹ ਰਾਮ ਹੈ ਭਾਈ, ਪਰਮਾਤਮਾ ਤੋਂ ਬਿਨਾ ਕੋਈ ਨਹੀਂ ਜੇ ਸਹਾਇਕ ਹੈਗਾ ਕਿਸੇ ਦਾ। ਸਾਡੇ ਮਨ ਵਿੱਚ ਇਹ ਹੁੰਦਾ ਹੈ ਕਿ ਫਲਾਣਾ ਵਿਅਕਤੀ ਮੇਰੀ ਸਹਾਇਤਾ ਕਰੇਗਾ। ਮਹਾਰਾਜ ਕਹਿਣ ਲੱਗੇ ਮਾਨੋ ਕੀ ਟੇਕ ਬਿਰਥੀ ਸਭ ਜਾਨ। ਸੋ ਇਸ ਕਰਕੇ ਭਾਈ ਪਰਮਾਤਮਾ ਤੋਂ ਬਿਨਾ ਕੋਈ ਕਿਸੇ ਦਾ ਸਹਾਇਕ ਨਹੀਂ ਹੈ। ਮਾਤ ਪਿਤਾ ਬਣਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਨੇ ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰ ਇਹ ਸਾਰੇ ਪਿਛਲੇ ਜਨਮਾਂ ਦਾ ਸਾਡਾ ਕੋਈ ਲੈਣਾ ਦੇਣਾ ਹੈ ਕਰਮਾਂ ਦਾ। ਉਹਦੇ ਮੁਤਾਬਕ ਅਸੀਂ ਰਿਸ਼ਤੇਦਾਰ ਬਣ ਕੇ ਆ ਗਏ। ਜਿੱਦਣ ਸਾਡੇ ਉਹ ਕਰਮਾਂ ਦਾ ਹਿਸਾਬ ਨਿਬੜ ਗਿਆ ਉਦੋਂ ਦੁਨੀਆ ਤੋਂ ਸਾਡੀ ਛੁੱਟੀ ਹੋ ਜਾਣੀ ਹੈ। ਇਹ ਇਸ ਤਰ੍ਹਾਂ ਅਸੀਂ ਦੁਨੀਆ ਵਿੱਚ ਆਏ ਹੋਏ ਹਾਂ। ਜੈਸੇ ਤਰਵਰ ਪੰਖ ਬਸੇਰਾ, ਸੋ ਕਹਿਣ ਲੱਗੇ ਜਿਵੇਂ ਤਰਵਰ ਕਹੀਏ ਰੁੱਖ ਦੇ ਉੱਪਰ ਪੰਛੀਆਂ ਦਾ ਵਾਸਾ ਹੁੰਦਾ, ਰਾਤ ਨੂੰ ਪੰਛੀ ਆ ਕੇ ਬੈਠਦੇ, ਸੂਰਜ ਚੜ੍ਹਦਾ ਹੈ ਤੇ ਪੰਛੀ ਉੱਡ ਜਾਂਦੇ। ਇਹ ਸੰਸਾਰ ਵੀ ਗੁਰਮੁਖੋ ਇੱਕ ਰੁੱਖ ਹੈ। ਆਪਾਂ ਜਿੰਨੇ ਜੀਵ ਸਾਰੇ ਪੰਛੀਆਂ ਦੇ ਵਾਂਗ ਇੱਥੇ ਆ ਕੇ ਮਿਲੇ ਹੋਏ ਹਾਂ। ਜਦੋਂ ਮੌਤ ਦਾ ਸੂਰਜ ਚੜ੍ਹੇਗਾ ਸਾਰਿਆਂ ਨੇ ਸੰਸਾਰ ਤੋਂ ਚਲੇ ਜਾਣਾ ਹੈ। ਰਹਾਉ ਚੰਦ ਨਾ ਹੋਤਾ ਸੂਰ ਨਾ ਹੋਤਾ, ਸੋ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਚੰਦਰਮਾ ਵੀ ਨਹੀਂ ਸੀ ਹੈਗਾ ਗੁਰਮੁਖੋ, ਤੇ ਨਾ ਹੀ ਸੂਰਜ ਹੈ। ਭਾਵੇਂ ਕਿ ਸਾਇੰਸ ਇਹ ਗੱਲ ਵਿਗਿਆਨ ਕਹਿੰਦੀ ਹੈ ਵੀ ਇੰਨੇ ਲੱਖ ਕਰੋੜ ਸਾਲ ਹੋ ਗਏ ਸੂਰਜ ਬਣੇ, ਚੰਦਰਮਾ ਬਣਿਆ, ਪਰ ਮਹਾਰਾਜ ਕਹਿਣ ਲੱਗੇ ਥਿਤਵਾਰ ਨਾ ਜੋਗੀ ਜਾਣੇ, ਰੁਤਮਾ ਹੋ ਨਾ ਕੋਈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ। ਨਾ ਉਦੋਂ ਕੋਈ ਚੰਦਰਮਾ ਨਾ ਉਦੋਂ ਕੋਈ ਸੂਰਜ ਹੈ। ਪਾਣੀ ਪਵਨ ਮਿਲਾਇਆ, ਨਾ ਹੀ ਪਾਣੀ ਹੈ ਤੇ ਨਾ ਹੀ ਪਵਨ ਹਵਾ ਹੈ। ਜਦੋਂ ਪੰਜ ਤੱਤ ਹੀ ਨਹੀਂ ਤੇ ਫਿਰ ਇਹ ਦੁਨੀਆ ਕਿਵੇਂ ਬਣ ਸਕਦੀ ਹੈ? ਕਿਉਂਕਿ ਦੁਨੀਆ ਬਣੀ ਪੰਜਾਂ ਤੱਤਾਂ ਤੋਂ ਹੈ। ਇਹ ਪੰਜ ਤੱਤ ਉਸ ਵੇਲੇ ਪਰਮਾਤਮਾ ਨੇ ਆਪਸ ਵਿੱਚ ਨਹੀਂ ਸਨ ਮਿਲਾਏ ਹੋਏ, ਫਿਰ ਇਹ ਸ੍ਰਿਸ਼ਟੀ ਕਿਵੇਂ ਪੈਦਾ ਹੋਈ? ਭਾਵ ਕਿ ਕਿਸੇ ਤਰ੍ਹਾਂ ਵੀ ਪੈਦਾ ਨਹੀਂ ਹੋਈ ਹੈ। ਸ਼ਾਸਤ ਨਾ ਹੋਤਾ ਵੇਦ ਨਾ ਹੋਤਾ, ਨਾ ਉਸ ਵੇਲੇ ਸ਼ਾਸਤਰ ਸਨ, ਧਾਰਮਿਕ ਗ੍ਰੰਥ, ਨਾ ਹੀ ਵੇਦ ਸਨ, ਨਾ ਹੀ ਉਹਨਾਂ ਵੇਦਾਂ ਸ਼ਾਸਤਰਾਂ ਨੂੰ ਲਿਖਣ ਵਾਲੇ ਰਿਸ਼ੀ ਮੁਨੀ ਬਿਆਸ ਵਰਗੇ ਜਾਂ ਹੋਰ ਜਿਹੜੇ ਸਨ ਪਰਾਸ਼ਰ ਰਿਸ਼ੀ ਵਰਗੇ, ਨਾ ਹੀ ਰਿਸ਼ੀ ਮੁਨੀ ਸਨ ਉਸ ਵੇਲੇ ਤੇ ਨਾ ਹੀ ਕੋਈ ਵੇਦ ਸ਼ਾਸਤਰ ਹੈ। ਕਰਮ ਕਹਾਂ ਤੇ ਆਇਆ, ਤੇ ਗੁਰਮੁਖੋ ਕਰਮ ਜਿਹੜੇ ਵੇਦਾਂ ਵਿੱਚ ਲਿਖੇ ਗਿਆ ਵੀ ਇਹ ਕਰਮ ਦਾ ਫਲ ਇਹ ਮਿਲਦਾ, ਜਦੋਂ ਵੇਦ ਹੀ ਹੈ ਨਹੀਂ ਤੇ ਕਰਮ ਕਿਹਨੇ ਲਿਖਣਾ ਹੈ ਤੇ ਕਿਹਨੇ ਉਹ ਕਰਮ ਭੋਗਣਾ ਹੈ? ਸੋ ਇਹ ਚੀਜ਼ਾਂ ਉਸ ਵੇਲੇ ਨਹੀਂ ਸਨ, ਕਿਉਂਕਿ ਕਰਮਾਂ ਨੂੰ ਤੇ ਵੇਦਾਂ ਨੇ ਦੱਸਣਾ ਹੈ, ਪਰ ਵੇਦ ਹੀ ਨਹੀਂ ਤੇ ਕਰਮ ਕੌਣ ਦੱਸੇਗਾ? ਇਸ ਕਰਕੇ ਉਸ ਵੇਲੇ ਕੇਵਲ ਇੱਕ ਪਰਮਾਤਮਾ ਹੀ ਹੈ। ਖੇਚਰ ਭੂਚਰ ਤੁਲਸੀ ਮਾਲਾ, ਉਸ ਵੇਲੇ ਨਾਮਦੇਵ ਜੀ ਕਹਿਣ ਲੱਗੇ ਖੇਚਰ ਭੂਚਰ ਤੁਲਸੀ ਮਾਲਾ, ਇਹ ਜਿਹੜੀਆਂ ਮਾਲਾ ਦੁਨੀਆ ਨੇ ਵਰਣਨ ਕੀਤੀਆਂ ਹਨ, ਗੁਰ ਪ੍ਰਸਾਦੀ ਪਾਇਆ, ਇਹ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਇਸ ਗਿਆਨ ਨੂੰ ਪ੍ਰਾਪਤ ਕੀਤਾ ਹੈ। ਬਖਸ਼ਿਸ਼ ਕਰਦੇ। ਖੇਚਰ ਤੋਂ ਭਾਵ ਹੈ ਗੁਰਮੁਖੋ ਸਵਾਸਾਂ ਦਾ ਚੜਾਉਣਾ, ਇਸ ਨੂੰ ਖੇਚਰੀ ਮਾਲਾ ਕਿਹਾ। ਸਵਾਸ ਚੜਾ ਲੈਣੇ 10ਵੇਂ ਦਵਾਰ ਦੇ ਵਿੱਚ, ਅਤੇ ਦੂਜੀ ਹੈ ਭੁੰਚਰੀ ਮਾਲਾ, ਫਿਰ ਸਵਾਸਾਂ ਨੂੰ 10ਵੇਂ ਦਵਾਰ ਵਿੱਚ ਟਿਕਾ ਲੈਣਾ। ਤੀਜੇ ਨੰਬਰ ਤੇ ਵਿਦਵਾਨਾਂ ਨੇ ਲਿਖਿਆ ਚਾਚਰੀ ਮਾਲਾ। ਚਾਚਰੀ ਤੋਂ ਭਾਵ ਹੁੰਦਾ ਗੁਰਮੁਖੋ ਸਵਾਸਾਂ ਨੂੰ ਥੱਲੇ ਉਤਾਰਨਾ 10ਵੇਂ ਦਵਾਰ ਦੇ ਵਿੱਚੋਂ। ਤੇ ਚੌਥੇ ਨੰਬਰ ਤੇ ਹੈ ਗੁਰਮੁਖੋ ਉਨਮਨੀ ਮਾਲਾ।
ਆਪਣੇ ਦੋਨਾਂ ਭਰਵੱਟਿਆਂ ਵਿੱਚ ਧਿਆਨ ਧਾਰਨ ਕਰਕੇ ਬੈਠੇ ਰਹਿਣਾ, ਇਸ ਨੂੰ ਉਨਮਨੀ ਮਾਲਾ ਲਿਖਿਆ ਹੈ। ਤੇ 5ਵੇਂ ਨੰਬਰ ਤੇ ਫਿਰ ਉਸ ਵੇਲੇ ਕਹਿਣ ਲੱਗੇ ਅਗੋਚਰੀ ਮਾਲਾ ਜਿਹੜੀ ਹੈ, ਇੰਦਰੀਆਂ ਤੋਂ ਵਿਸ਼ੇ ਹੋ ਜਾਣਾ, ਸੁੰਨ ਅਵਸਥਾ ਵਿੱਚ ਟਿਕ ਜਾਣਾ। ਕਹਿਣ ਲੱਗੇ ਭਾਈ ਉਸ ਵੇਲੇ ਜਦੋਂ ਦਾ ਅਸੀਂ ਵਰਣਨ ਕਰਦੇ ਹਾਂ ਉਦੋਂ ਇਹ ਕੋਈ ਵੀ ਮਾਲਾ ਜਾਂ ਇਹ ਕੋਈ ਵੀ ਅਵਸਥਾ ਨਹੀਂ ਹੈ। ਗੁਰ ਪ੍ਰਸਾਦੀ ਪਾਇਆ, ਇਹ ਤੇ ਗੁਰੂ ਦੀ ਕਿਰਪਾ ਹੋਈ ਹੈ ਸਾਡੇ ਉੱਪਰ, ਤੇ ਅਸੀਂ ਇਹ ਜਿਹੜਾ ਗਿਆਨ ਹੈ ਇਹ ਗੁਰੂ ਬਖਸ਼ਿਸ਼ ਦੇ ਨਾਲ ਪ੍ਰਾਪਤ ਕੀਤਾ ਹੈ। ਗੁਰਮੁਖੋ ਵੱਖਰੇ ਵੱਖਰੇ ਮਤਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਮਾਲਾ ਦਾ ਜ਼ਿਕਰ ਕੀਤਾ ਹੈ ਵਿਦਵਾਨਾਂ ਨੇ। ਸੋ ਇੱਕ ਹੈ ਕਰਮ ਮਾਲਾ, ਜਿਹੜੀਆਂ ਮਾਲਾ ਨੇ ਨਾ ਉਹਦਾ ਵਰਣਨ ਕਿਸ ਤਰ੍ਹਾਂ ਕੀਤਾ। ਕਰਮ ਮਾਲਾ, ਨਾਮ ਜਪੀ ਜਾਣਾ ਔਰ ਪੋਟਿਆਂ 'ਤੇ ਗਿਣੀ ਜਾਣਾ। ਜਿਹੜੇ ਪਹਿਲੇ ਬਜ਼ੁਰਗ ਸਨ ਨਾ, ਨਹੀਂ ਪੜ੍ਹੇ ਹੋਏ, ਉਹ ਜਦੋਂ ਘਰ ਦਾ ਹਿਸਾਬ ਕਿਤਾਬ ਕਰਦੇ ਪੋਟਿਆਂ 'ਤੇ ਕਰਦੇ ਸਨ। ਸੋ ਉਹਨਾਂ ਸਮਿਆਂ ਵਿੱਚ ਲੋਕ ਨਾਲੇ ਨਾਮ ਜਪੀ ਜਾਣਾ ਨਾਲੇ ਪੋਟਿਆਂ 'ਤੇ ਗਿਣਤੀ ਕਰੀ ਜਾਣੀ। ਉਹਨੂੰ ਕਿਹਾ ਜਾਂਦਾ ਸੀ ਇਹ ਜਿਹੜੀ ਮਾਲਾ ਹੈ ਇਸ ਨੂੰ ਕਰਮ ਮਾਲਾ ਕਹਿੰਦੇ, ਪੋਟਿਆਂ 'ਤੇ ਗਿਣਤੀ ਕਰਨੀ। ਉਸ ਤੋਂ ਬਾਅਦ ਵੀ ਥੋੜ੍ਹਾ ਜਿਹਾ ਸਮਾਂ ਅੱਗੇ ਆ ਗਿਆ, ਫਿਰ ਆ ਗਿਆ ਵਰਨਮਾਲਾ। ਊੜਾ ਐੜਾ ਈੜੀ ਸੱਸਾ, ਇਹ ਵਰਨਮਾਲਾ ਇਸ ਨੂੰ ਕਿਹਾ ਜਾਂਦਾ। ਉਹਦੇ ਮੁਤਾਬਕ ਗਿਣਤੀ ਕਰ ਲੈਣੀ। ਤੇ ਤੀਜੇ ਨੰਬਰ 'ਤੇ ਫਿਰ ਮਣਕਿਆਂ ਦੀ ਮਾਲਾ ਆ ਗਈ, ਜਿਹੜੀ ਆਪਾਂ ਸਿਮਰਨਾ ਫੇਰਦੇ ਹਾਂ। ਫਿਰ ਇਹ ਮਾਲਾ ਆ ਗਈ, ਇਹਦੇ ਵਿੱਚ ਫਿਰ ਰੁਦਰਾਖ ਦੀ ਮਾਲਾ ਹੈ। ਇਸੇ ਤਰ੍ਹਾਂ ਜਿਹੜਾ ਕਮਲ ਦਾ ਫੁੱਲ ਹੈ ਉਹਦੇ ਬੀਜ ਦੀ ਮਾਲਾ। ਇਹ ਮਾਲਾ ਦੇ ਵੱਖਰੇ ਵੱਖਰੇ ਰੂਪ ਨੇ। ਰੁਦਰਾਖ ਦੀ ਮਾਲਾ ਵੱਖਰੀ ਹੈ, ਕਮਲ ਦੇ ਫੁੱਲ ਦੇ ਬੀਜ ਲੈ ਕੇ ਉਹਦੀ ਮਾਲਾ ਵੱਖਰੀ ਹੈ, ਹਾਥੀ ਦੇ ਦੰਦ ਤੋਂ ਬਣਾਈ ਹੋਈ ਮਾਲਾ ਉਹ ਵੱਖਰੀ ਹੈ, ਸ਼ੰਖ ਜਿਹੜਾ ਵਜਾਇਆ ਜਾਂਦਾ ਹੈ ਉਹਦੇ ਟੁਕੜਿਆਂ ਤੋਂ ਬਣਾਈ ਗਈ ਮਾਲਾ ਉਹ ਵੱਖਰੀ ਹੈ, ਅਤੇ ਇਸੇ ਤਰ੍ਹਾਂ ਫਿਰ ਚੰਦਨ ਤੋਂ ਬਣਾਈ ਗਈ ਮਾਲਾ ਵੱਖਰੀ ਮੰਨੀ ਜਾਂਦੀ ਹੈ। ਤੁਲਸੀ ਤੋਂ ਬਣਾਈ ਹੋਈ ਮਾਲਾ ਇਸ ਨੂੰ ਵੱਖਰਾ ਮੰਨਿਆ ਜਾਂਦਾ ਹੈ। ਜਦੋਂ ਭਗਵਾਨ ਵਿਸ਼ਨੂੰ ਜੀਆਂ ਨੂੰ ਸ਼ਰਾਪ ਦਿੱਤਾ ਸੀ ਨਾ, ਉਸ ਵੇਲੇ ਬਿੰਦਰਾ ਨਾਮ ਦੀ ਰਾਖਸ਼ਨੀ ਨੇ ਵੀ ਜਾਓ ਜਾ ਕੇ ਪੱਥਰ ਬਣ ਜਾਓ। ਜਲੰਧਰ ਨਾਮ ਦਾ ਦੈਂਤ ਹੋਇਆ ਨਾ ਗੁਰਮੁਖੋ, ਉਹਦੀ ਘਰਵਾਲੀ ਦਾ ਨਾਮ ਸੀ ਬਿੰਦਰਾ ਰਾਖਸ਼ਨੀ। ਉਹ ਦੈਂਤ ਕਿਸੇ ਕੋਲੋਂ ਮਰਦਾ ਨਹੀਂ, ਬੜਾ ਬਲ ਵਾਲਾ ਹੈ। ਤੇ ਉਸ ਵੇਲੇ ਇਹ ਜੁਗਤੀ ਕੱਢੀ ਗਈ ਵੀ ਉਹਦੀ ਘਰਵਾਲੀ ਦਾ ਸੱਤ ਤੋੜਿਆ ਜਾਵੇ ਤੇ ਤਾਂ ਉਹ ਦੈਂਤ ਮਰੇਗਾ। ਉਸ ਵੇਲੇ ਭਗਵਾਨ ਵਿਸ਼ਨੂੰ ਜੀ ਆਪਣਾ ਰੂਪ ਬਦਲ ਕੇ ਜਲੰਧਰ ਦੈਂਤ ਬਣ ਕੇ ਤੇ ਉਹਦੀ ਘਰਵਾਲੀ ਦਾ ਸੱਤ ਤੋੜਿਆ ਸੀ। ਜਦੋਂ ਉਹਨੂੰ ਪਤਾ ਲੱਗਾ ਵੀ ਇਹਨੇ ਮੇਰੇ ਨਾਲ ਛਲ ਕੀਤਾ, ਧੋਖਾ ਕੀਤਾ ਹੈ, ਉਹਨੇ ਸ਼ਰਾਪ ਦਿੱਤਾ ਸੀ ਵੀ ਜਾ ਜਾ ਕੇ ਗੰਡਕਾ ਨਦੀ ਦਾ ਪੱਥਰ ਬਣ ਜਾ। ਤੇ ਉਸ ਵੇਲੇ ਭਗਵਾਨ ਵਿਸ਼ਨੂੰ ਨੇ ਆਖਿਆ ਸੀ ਚਲੋ ਮੈਂ ਤੇ ਪੱਥਰ ਬਣ ਜਾਵਾਂਗਾ, ਪਰ ਤੂੰ ਵੀ ਤੁਲਸੀ ਬਣ ਕੇ ਮੇਰੇ ਉੱਪਰ ਚੜ੍ਹਿਆ ਕਰੇਗੀ। ਸੋ ਇਹ ਬਚਨ ਹੋ ਗਿਆ। ਇਸ ਕਰਕੇ ਹਿੰਦੂ ਮਤ ਵਿੱਚ ਤੁਲਸੀ ਦੀ ਮਾਲਾ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਤੇ ਉਹ ਤੁਲਸੀ ਦੀ ਮਾਲਾ ਹੱਥ ਵਿੱਚ ਲੈ ਕੇ ਫੇਰਦੇ ਰਹਿੰਦੇ। ਇਹ ਵੀ ਇੱਕ ਮਾਲਾ ਹੈ। ਫਿਰ ਹੈ ਮੋਤੀਆਂ ਦੀ ਮਾਲਾ, ਸੁੱਚੇ ਮੋਤੀ ਇਕੱਠੇ ਕਰ ਲੈਣੇ। ਮੋਤੀਆਂ ਦੀ ਮਾਲਾ, ਬਲੌਰ ਜਿਹੜਾ ਹੈ ਜਿਹਦੀਆਂ ਮੁੰਦਰਾਂ ਪਾਉਂਦੇ ਜੋਗੀ ਕੰਨਾਂ ਵਿੱਚ, ਬਲੌਰ ਦੇ ਕੱਚ ਦੀ ਮਾਲਾ ਬਣਾ ਕੇ ਉਹਨੂੰ ਫੇਰਨਾ ਹੈ। ਫਿਰ ਮੂੰਗੇ ਦੀ ਮਾਲਾ ਹੈ ਤੇ ਫਿਰ ਸੋਨੇ ਦੀ ਮਾਲਾ ਹੈ। ਇਹ ਵੱਖਰੀਆਂ ਵੱਖਰੀਆਂ ਮਾਲਾ ਨੇ, ਵੱਖਰੇ ਵੱਖਰੇ ਦੁਨੀਆ ਦੇ ਲੋਕ ਫੇਰਦੇ ਇਸ ਮਾਲਾ ਨੂੰ। ਜਿਹੜੇ ਸ਼ਿਵ ਜੀ ਦੇ ਪੈਰੋਕਾਰ ਨੇ ਉਹ ਜਿਹੜੇ ਹਨ 64 ਮਣਕਿਆਂ ਦੀ ਮਾਲਾ ਫੇਰਦੇ। ਜਿਹੜੇ ਵਿਸ਼ਨੂੰ ਨੂੰ ਮੰਨਣ ਵਾਲੇ ਨੇ ਨਾ 64 ਮਣਕਿਆਂ ਦੀ ਮਾਲਾ ਫੇਰਦੇ। ਜਿਹੜੇ ਵਿਸ਼ਨੂੰ ਨੂੰ ਮੰਨਣ ਵਾਲੇ ਨੇ ਉਹ 108 ਮਣਕਿਆਂ ਦੀ ਮਾਲਾ ਫੇਰਦੇ। ਉਹਦਾ ਕਾਰਨ ਇਹ ਹੈ ਕਿ ਸਾਲ ਦੇ ਵਿੱਚ 27 ਨਛੱਤਰ ਹੁੰਦੇ ਨੇ ਤੇ 27 ਨਛੱਤਰਾਂ ਨੂੰ ਸੋ ਵਾਰ-ਵਾਰ ਫੇਰ ਕੇ 27 ਚੌਕਾ ਜਿਹੜਾ ਹੈ ਉਹ 108 ਬਣ ਜਾਂਦਾ ਹੈ। ਇਸ ਤਰ੍ਹਾਂ ਨਛੱਤਰਾਂ ਦੀ ਪੂਜਾ ਕਰਨ ਵਾਸਤੇ ਲੋਕ 108 ਮਣਕਿਆਂ ਦੀ ਇਹ ਮਾਲਾ ਫੇਰਦੇ। ਇਹ ਸ਼ਾਸਤਰਾਂ ਵਿੱਚ ਬਚਨ ਲਿਖੇ ਹੋਏ ਗੁਰਮੁਖੋ। ਆਪਾਂ ਮਾਲਾ ਤੇ ਫੇਰਦੇ ਆ, ਮਣਕਿਆਂ ਦੀ ਗਿਣਤੀ ਨਹੀਂ, ਪਰ ਜਿਹੜੇ ਲੋਕ ਕਰਦੇ ਉਹਨਾਂ ਦੀ ਵਿਚਾਰ ਇਹ ਹੈ ਵੀ ਇਸ ਸਾਲ ਦੇ ਵਿੱਚ ਇਹ ਜਿਹੜੇ ਨਛੱਤਰ ਨੇ 27 ਨੇ ਤੇ 27 ਚੌਕਾ 108। ਇਸ ਤਰ੍ਹਾਂ ਉਹ ਮਾਲਾ ਫੇਰ ਕੇ ਅਤੇ ਭਗਵਾਨ ਵਿਸ਼ਨੂੰ ਦਾ ਜਾਪ ਕਰਦੇ ਨੇ। ਬੋਧੀਆਂ ਦੇ ਵਿੱਚ ਵੀ 108 ਮਣਕਿਆਂ ਦੀ ਮਾਲਾ ਫੇਰੀ ਜਾਂਦੀ ਹੈ। ਹਿੰਦੂਆਂ ਦੇ ਵਿੱਚ ਵੀ ਮਾਲਾ ਫੇਰੀ ਜਾਂਦੀ ਹੈ। ਮੁਸਲਮਾਨਾਂ ਦੇ ਵਿੱਚ ਤਸਬੀਹ ਫੇਰੀ ਜਾਂਦੀ ਹੈ। ਤਸਬੀਹ ਕਹਿੰਦੇ ਮਾਲਾ ਨੂੰ, ਪਰ ਮੁਸਲਮਾਨ ਜਿਹੜੇ ਨੇ 108 ਮਣਕਿਆਂ ਦੀ ਮਾਲਾ ਜਿਹੜੀ ਹੈ ਉਸ ਨੂੰ ਫੇਰਦੇ ਨੇ। ਪਰ ਸਾਰੇ ਮੁਸਲਮਾਨ ਨਹੀਂ, ਕੁਝ ਮੁਸਲਮਾਨਾਂ ਦੇ ਵਿੱਚ ਮਾਲਾ ਦਾ ਵੀ ਖੰਡਨ ਕੀਤਾ ਵੀ ਫੇਰਨੀ ਨਹੀਂ ਚਾਹੀਦੀ ਹੈ। ਇਸੇ ਤਰ੍ਹਾਂ ਜਿਹੜੇ ਈਸਾਈ ਨੇ ਉਹ ਵੀ ਮਾਲਾ ਫੇਰਦੇ, ਪਰ ਈਸਾਈਆਂ ਦੀ ਮਾਲਾ 150 ਮਣਕਿਆਂ ਦੀ ਹੁੰਦੀ ਹੈ ਅਤੇ ਕਾਠ ਦੀ ਮਾਲਾ ਫੇਰਦੇ, ਲੱਕੜ ਦੀ ਮਾਲਾ ਈਸਾਈ ਫੇਰਦੇ। 150 ਮਣਕਿਆਂ ਇਸ ਦੀ ਗਿਣਤੀ ਕੀਤੀ ਹੈ। ਪਰ ਉਹਦੇ ਵਿੱਚ ਵੀ ਗੁਰਮੁਖੋ ਬਚਨ ਇਹ ਹੈ ਵੀ ਸਾਰੇ ਈਸਾਈ ਜਿਹੜੇ ਨੇ
ਉਹ ਨਹੀਂ ਫੇਰਦੇ, ਕੁਝ ਜਿਹੜੇ ਨੇ ਇਸ ਬਚਨ ਨੂੰ ਮੰਨ ਕੇ ਫੇਰਦੇ। ਇਸ ਤਰ੍ਹਾਂ ਇਹ ਮਾਲਾ ਦੀ ਜਿਹੜੀ ਗਿਣਤੀ ਹੈ ਉਹ ਵੱਖਰੇ ਵੱਖਰੇ ਵਿਦਵਾਨਾਂ ਨੇ ਕਰਕੇ ਸਾਨੂੰ ਸਮਝਾਈ ਹੈ ਕਿ ਭਾਈ ਇਸ ਤਰ੍ਹਾਂ ਦੁਨੀਆ ਦੇ ਲੋਕ ਇਹ ਮਾਲਾ ਫੇਰਦੇ, ਪਰ ਰੱਬ ਦੇ ਭਗਤ ਇਹ ਗੱਲ ਕਹਿੰਦੇ ਵੀ ਭਾਈ ਇਹਨਾਂ ਮਾਲਾ ਤੋਂ ਫੇਰਨ ਤੋਂ ਅਸੀਂ ਪਰੇ ਹਾਂ, ਇਸ ਮਾਲਾ ਨੂੰ ਅਸੀਂ ਕੋਈ ਨਹੀਂ ਫੇਰਦੇ ਹਾਂ। ਗੁਰ ਪ੍ਰਸਾਦੀ ਪਾਇਆ ਗੁਰੂ ਕਿਰਪਾ ਨਾਲ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹਨ। ਨਾਮਾ ਪ੍ਰਣਵੈ ਪਰਮ ਤਤ ਹੈ। ਭਗਤ ਨਾਮਦੇਵ ਜੀ ਕਹਿਣ ਲੱਗੇ ਉਹ ਪਰਮਾਤਮਾ ਜਿਹੜਾ ਹੈ ਨਾ ਪਰਮ ਤਤ ਹੈ। ਪਰਮ ਤਤ ਤੋਂ ਭਾਵ ਸਭ ਤੋਂ ਵੱਡੀ ਸ਼ਕਤੀ ਹੈ, ਉਹਦੇ ਵਰਗਾ ਭਾਈ ਕੋਈ ਨਹੀਂ ਹੈ। ਉਹ ਸਾਰਿਆਂ ਦੇ ਉੱਤੋਂ ਦੀ, ਸਾਰਿਆਂ ਤੋਂ ਸਮਰੱਥ ਹੈ, ਸਾਰਿਆਂ ਨੂੰ ਬਲ ਬਖਸ਼ਿਸ਼ ਕਰਨ ਵਾਲਾ ਹੈ। ਸਤਿਗੁਰ ਹੋਏ ਲਿਖਾਇਆ। ਪਰ ਉਸ ਪਰਮਾਤਮਾ ਨੂੰ ਅਸੀਂ ਗੁਰੂ ਕਿਰਪਾ ਦੇ ਨਾਲ ਲਖਿਆ ਹੈ, ਗੁਰੂ ਕਿਰਪਾ ਦੇ ਨਾਲ ਅਸੀਂ ਜਾਣਿਆ ਹੈ। ਪਰਮਾਤਮਾ ਕਿਰਪਾ ਕਰੇ ਤੇ ਫਿਰ ਇਹ ਦਾਤ ਪ੍ਰਾਪਤ ਹੁੰਦੀ ਹੈ। ਖੇਚਰ ਭੁੰਚਰ ਤੁਲਸੀ ਮਾਲਾ। ਸੋ ਖੇਚਰ ਤੋਂ ਭਾਵ ਹੈ ਆਕਾਸ਼ ਦੇ ਵਿੱਚ ਜਿਹੜੇ ਵਿਚਰਨ ਵਾਲੇ ਦੇਵਤੇ ਨੇ, ਅਤੇ ਇਸੇ ਤਰ੍ਹਾਂ ਤਾਰਾ ਜਿਹੜੇ ਸਮੂਹ ਗਣ ਹਨ। ਅਤੇ ਭੁੰਚਰ ਤੋਂ ਭਾਵ ਹੈ ਜਿਹੜੀ ਭੂ ਹੈ, ਭੂ ਨਾਮ ਧਰਤੀ ਦਾ, ਧਰਤੀ ਤੇ ਚਰ ਕਹੀਏ ਚੱਲਣ ਵਾਲੇ ਜਿਹੜੇ ਜੀਵ ਨੇ, ਜਿਹੜੇ ਆਕਾਸ਼ ਦੇ ਵਿੱਚ ਚੱਲਣ ਵਾਲੇ ਤਾਰੇ ਜਾਂ ਦੇਵਤੇ ਨੇ, ਧਰਤੀ ਤੇ ਚੱਲਣ ਵਾਲੇ ਜਿਹੜੇ ਜੀਵ ਜੰਤੂ ਨੇ, ਇਹਨਾਂ ਸਾਰਿਆਂ ਦੇ ਵਿੱਚ ਅਸੀਂ ਪਰਮਾਤਮਾ ਨੂੰ ਮਾਲਾ ਕਹੀਏ ਇੱਕੇ ਪੰਕਤੀ ਵਿੱਚ ਜਾਣਿਆ ਹੈ ਵੀ ਆਕਾਸ਼ ਦੇ ਜੀਵ ਤੇ ਧਰਤੀ ਦੇ ਜੀਵ ਸਾਡੇ ਵਾਸਤੇ ਬਰਾਬਰ ਹੀ ਨੇ, ਕੋਈ ਫਰਕ ਨਹੀਂ ਹੈ। ਇਹਨਾਂ ਅਵਸਥਾ ਵਿੱਚ ਅਸੀਂ ਬਰਾਬਰ ਬੈਠੇ ਹਾਂ। ਤੁਲਸੀ ਵੈਸੇ ਤੇ ਤੁਲਸੀ ਹੈ, ਪਰ ਅਰਥ ਕਰਨ ਵਾਸਤੇ ਤੁਲਸੀ ਵੀ ਇਹਨਾਂ ਨੂੰ ਤੁਲ ਜਾਣਿਆ ਬਰਾਬਰ। ਆਕਾਸ਼ ਦੇ ਤਾਰਿਆਂ ਨੂੰ, ਆਕਾਸ਼ ਦੇ ਦੇਵਤਿਆਂ ਨੂੰ, ਧਰਤੀ ਤੇ ਰਹਿਣ ਵਾਲੇ ਜੀਵ ਜੰਤੂਆਂ ਬੰਦਿਆਂ ਨੂੰ ਤੁਲਸੀ ਅਸੀਂ ਬਰਾਬਰ ਹੀ ਜਾਣਿਆ, ਕੋਈ ਫਰਕ ਨਹੀਂ ਰੱਖਿਆ ਹੈ। ਐਸੀ ਅਵਸਥਾ ਨੂੰ ਅਸੀਂ ਪ੍ਰਾਪਤ ਹੋਏ ਹਾਂ। ਇਹ ਭਗਤ ਨਾਮਦੇਵ ਜੀਆਂ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਬਚਨ ਬਖਸ਼ਿਸ਼ ਕਰਦੇ ਹਨ। ਨਾਮਾ ਪ੍ਰਣਵੈ ਪਰਮ ਤਤ ਹੈ। ਨਾਮਦੇਵ ਜੀ ਕਹਿਣ ਲੱਗੇ ਪਰਮਾਤਮਾ ਬਹੁਤ ਵੱਡਾ ਹੈ। ਸਤਿਗੁਰ ਹੋਏ ਲਿਖਾਇਆ। ਸਤਿਗੁਰਾਂ ਦੀ ਕਿਰਪਾ ਦੇ ਨਾਲ ਭਾਈ ਅਸੀਂ ਲਿਖਾਇਆ ਕਹੀਏ ਉਸ ਨੂੰ ਜਾਣਿਆ ਹੈ, ਉਸ ਦੀ ਪ੍ਰਾਪਤੀ ਕੀਤੀ ਹੈ। ਐਸੀ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਂ ਸੜੀਆਂ ਸਾਹਿਬ ਸਿਓ ਮੇਲੋ। ਖੇਚਰ ਭੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ। ਨਾਮਾ ਪ੍ਰਣਵੈ ਪਰਮ ਤਤ ਹੈ। ਸਤਿਗੁਰ ਹੋਏ ਲਿਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।